ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਹਾਲ ਚਾਲ? ਠੀਕ ਠਾਕ? ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਜੀ, ਤੁਹਾਨੂੰ ਬਹੁਤ ਸਾਰੀਆਂ ਵਧਾਈਆਂ। ਸਵੇਰੇ ਤੁਹਾਨੂੰ ਹੱਥ ਜੋੜੀ ਦੇ ਪੱਟੀ ਸਾਹਿਬ, ਸਵਾਲ ਛੋਟਾ ਜਵਾਬ ਛੋਟਾ ਰੱਖਿਓ ਕਿਉਂਕਿ 1 ਘੰਟੇ ਦੇ ਵਿੱਚ ਬਿਜ਼ਨਸ ਵੀ ਕਵਰ ਕਰਨਾ ਤੇ ਆਪਾਂ ਪ੍ਰੋਗਰਾਮ ਦੇ ਸਵਾਲ ਵੀ 3-4 ਕਰਨੇ ਨੇ। ਹੁਣ 3 ਘੰਟੇ ਹੋਇਆ ਕਰਨਗੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ, ਮੰਡੇ ਟੂ ਫਰਾਈਡੇ 2 ਘੰਟੇ ਦੇ ਸਮੇਂ ਦਾ ਵਾਧਾ ਹੋਇਆ। ਤੁਹਾਨੂੰ ਵਧਾਈਆਂ ਤੁਹਾਡੇ ਇਸ ਸ਼ੋਅ ਦੇ ਵਿੱਚ। ਮਿਹਰਬਾਨੀ ਜੀ, ਸ਼ੁਕਰੀਆ ਜੀ। ਜਿਹੜੀ ਗੱਲ ਤੁਸੀਂ ਹੁਣੇ ਗੱਲ ਕਹੀ ਸੀ ਨਾ ਜੀ, ਉਹ ਸਾਨੂੰ ਵੀ ਜੱਸਦੀ ਹੈ ਤੇ ਸਾਡੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੱਸਦੀ ਜੀ। ਆਮ ਤੌਰ ਤੇ ਕਈ ਸਰੋਤੇ ਜਿਹੜੇ ਆ ਮੈਨੂੰ ਬਾਅਦ ਚ ਪੁੱਛਦੇ ਵੀ ਇਸ ਤੋਂ ਅੱਗੇ ਕੀ ਹੋਇਆ ਜੀ। ਤੇ ਮੇਰੀ ਕੋਸ਼ਿਸ਼ ਹੁੰਦੀ ਪਰ ਮੈਂ ਲਾਈਵ ਦੱਸਾਂ ਲਾਈਵ ਦੱਸੋ। ਸਹੀ ਗੱਲ ਹੈ ਠੀਕ ਹੈ ਜੀ। ਇਸ ਕਰਕੇ ਕੋਸ਼ਿਸ਼ ਹੁੰਦੀ ਪੂਰੀ ਡਿਟੇਲ ਜਿੰਨੀ ਸਾਨੂੰ ਜਾਣਕਾਰੀ ਪੂਰੀ ਦੇ ਦਈਏ ਕਿ ਲੋਕ ਸਾਡੇ ਜਿਹੜੇ ਸਰੋਤੇ ਆ ਉਹਨੇ ਤਸੱਲੀ ਹੋ ਸਕੇ, ਉਹਨਾਂ ਨੂੰ ਇਸ ਗੱਲ ਦਾ ਮਾਣ ਹੋ ਸਕੇ ਵੀ ਅਸੀਂ ਕੁਝ ਸੁਣ ਕੇ ਆਏ ਜੀ। ਬਿਲਕੁਲ ਪ੍ਰੋਗਰਾਮ ਸੁਣਿਆ। ਜਿਹੜੀ ਤੁਸੀਂ ਗੱਲ ਕੀਤੀ 3 ਘੰਟੇ ਦੀ, ਇਹ ਤੇ ਵਾਕਈ ਵਧਾਈ ਵਾਲੀ ਗੱਲ ਆ। ਤੇ ਇੱਕ ਸਮਾਂ ਵੱਧ ਮਿਲੇਗਾ। ਤੁਹਾਨੂੰ ਯਾਦ ਹੈ ਕਿ ਤੁਸੀਂ ਗੱਲ ਕਹੀ ਸੀਗੀ, ਇੱਕ ਕਾਲਰ ਨੇ ਤੁਹਾਨੂੰ ਫੋਨ ਕੀਤਾ ਸੀ ਵੀ ਪੱਟੀ ਸਾਹਿਬ ਦਾ ਟਾਈਮ ਵਧਾਓ। ਤੁਸੀਂ ਕੀ ਕਹਿੰਦੇ ਹੋ ਤੁਸੀਂ ਦੱਸ ਦਿਓ ਜੀ। ਚਲੋ ਆਪਾਂ ਸਾਡੇ ਇੱਕ ਤਾਂ ਵਧਾਈ ਦੇਣਾ ਚਾਹੁੰਦਾ, ਮੁੰਡਾ ਆਪਣਾ ਕਰਨ ਟੈਕਨੀਸ਼ੀਅਨ। ਹਾਂਜੀ ਜੀ। ਅੱਜ ਬੜਾ ਖੁਸ਼ ਇਸ ਕਰਕੇ ਉਹਦੀ ਖੁਸ਼ੀ ਸ਼ਾਮਲ ਹੋਣੇ ਆ ਕਿ ਸਤਿਗੁਰ ਦੀ ਕਿਰਪਾ ਦੇ ਨਾਲ ਬੇਟੇ ਨੇ ਕਾਰ ਲੈ ਲਈ ਹੈ ਤੇ ਤੁਸੀਂ ਵੀ ਵਧਾਈ ਦੇ ਦਿਓ ਉਹਨੂੰ। ਤੇ ਹੁਣ ਕਹਿੰਦਾ ਅੰਕਲ ਜੀ ਪੱਟੀ ਅੰਕਲ ਨੇ ਆਉਣਾ ਜਾਂ ਆਪਾਂ ਓਵਰ ਟਾਈਮ ਲਾ ਸਕਦੇ ਆ, ਹਨਾ। ਮਤਲਬ ਉਹਨੂੰ ਖੁਸ਼ੀ ਆ ਕਿ ਉਹ ਗੱਲਾਂ ਬਾਤਾਂ ਤੁਹਾਡੀਆਂ ਉਹ ਵੀ ਰੁਚੀ ਰੱਖਦਾ ਸੁਣਨ ਦੇ ਵਿੱਚ। ਹਾਂਜੀ, ਹੁਣ ਨਹੀਂ ਕਹਿੰਦਾ ਮੈਨੂੰ ਕਾਹਲੀ ਹੋਣੀ ਜਾਣਦੀ। ਮੇਰੇ ਕੋਲ ਇੱਥੇ ਹੋ ਕੇ ਗਿਆ ਜੀ, ਔਰ ਮੇਰੇ ਕੋਲ ਬਹਿ ਕੇ 2-2 ਘੰਟੇ ਗਿਆ। ਇੱਥੇ 2-3 ਵਾਰੀ ਮੇਰੇ ਕੋਲ ਘਰੇ ਆਇਆ। ਬੜਾ ਪਿਆਰਾ, ਬਹੁਤ ਪਿਆਰਾ ਬੱਚਾ। ਹਾਂਜੀ, ਸੱਚ ਬੋਲਣ ਵਾਲਾ। ਸਹੀ ਗੱਲ ਕਹਿਣਾ। ਚਲੋ ਅੰਕਲ ਗੱਲ ਹੈਗੀ, ਸੱਚ ਬੋਲਣਾ। ਸਾਡੀ ਟੀਮ ਦੇ ਵਿੱਚ ਇਹੋ ਜਿਹੇ ਸਾਰੇ ਕੋਸ਼ਿਸ਼ ਕਰਦੇ ਆ। ਇਹ ਕਹਿੰਦਾ ਅੰਕਲ ਅੱਜ ਫਿਰ ਪੱਟੀ ਅੰਕਲ ਨਾਲ ਫਿਰ ਓਵਰ ਟਾਈਮ ਚੱਲੂਗਾ। ਮੈਂ ਕਿਹਾ ਵੀ ਨਾ, ਹੁਣ ਕਹਿੰਦਾ ਨਵੀਂ ਗੱਡੀ ਲੈ ਲਈ ਆਪਾਂ, ਅੱਜ ਗੱਡੀ ਚਲਾ ਕੇ ਆਇਆ। ਇਹਨੂੰ ਵਧਾਈ ਦੇ ਦਿਓ ਪੱਟੀ ਸਾਹਿਬ ਤੁਸੀਂ ਵੀ। ਜੀ ਮੈਂ ਇਹਨੂੰ ਵਧਾਈ ਵੀ ਦੇਣਾ ਤੇ ਨਾਲੇ ਵੀ ਕਹਿੰਦਾ ਵੀ ਅਗਲੇ ਸਾਲ ਇੱਕ ਵਧਾਈ ਹੋਰ ਆ ਜੇ। ਇਹਨਾਂ ਦੀ ਸ਼ਾਦੀ ਵੀ ਕਰਦੇ। ਅਜੇ ਛੋਟਾ ਅਜੇ ਤੇ 18-19 ਸਾਲ ਦਾ ਹੀ ਆ। ਕੋਈ ਗੱਲ ਨਹੀਂ, 2 ਸਾਲ ਖੁੱਲੋ ਜੇ, ਕੋਈ ਗੱਲ ਨਹੀਂ ਜੀ। ਨਹੀਂ ਵੈਸੇ ਵਿਆਹ ਦੇ ਨਾਂ ਤੇ ਖੁਸ਼ ਹੋ ਗਿਆ ਪੱਟੀ ਸਾਹਿਬ ਉਦੋਂ। ਅੱਛਾ, ਚੰਗੀ ਗੱਲ ਹੈ ਜੀ। ਮੈਟਰੀਮੋਨੀਅਲ ਦੇ ਰਿਸ਼ਤੇ ਜਦੋਂ ਅਸੀਂ ਪੜ੍ਹੀ ਦੇ ਨਾ ਤੇ ਉਦੋਂ ਦੇ ਇਹ ਕੰਨ ਬੜੇ ਖੜੇ ਹੁੰਦੇ ਆ। ਕੱਲ ਹੀ ਗੱਲ ਹੋ ਰਹੀ ਸੀ, ਪੱਟੀ ਸਾਹਿਬ ਪੜ੍ਹ ਰਹੇ ਕੰਨ ਖੜੇ ਕਰੇ। ਮੈਂ ਕਿਹਾ ਨਹੀਂ, ਲੜਕੀ ਮੇਰੇ ਤਾਏ ਦਾ ਬੇਟਾ ਹੁੰਦਾ ਸੀ, ਡੈਥ ਹੋ ਗਈ ਉਹਨਾਂ ਦੀ। ਉਹ ਸਾਡੇ ਪਰਿਵਾਰ ਚ ਮੁੰਡਿਆਂ ਸਭ ਵੱਡਾ ਹੁੰਦਾ। ਅੱਛਾ ਜੀ। ਤੇ ਉਹਨੂੰ ਮੈਂ ਕਹਿਣਾ ਭਾਊ ਤੂੰ ਨਾ ਵਿਆਹ ਦੇ ਪਿੱਛੇ ਬੜਾ ਪੈਂਦਾ ਹੈ। ਉਹ ਮੈਨੂੰ ਕਹਿੰਦਾ ਗੱਲ ਸੁਣਾ, ਇਹ ਅੱਗੇ ਦਿੱਲੀ ਦੇ ਲੱਡੂ ਜਿਹੜਾ ਖਾਂਦਾ ਵੀ ਪਛਤਾਉਂਦਾ ਤੇ ਜਿਹੜਾ ਨਹੀਂ ਖਾਂਦਾ ਵੀ ਪਛਤਾਉਂਦਾ। ਖਾ ਕੇ ਕੋਲ ਪਛਤਾਈ ਕਹਿੰਦਾ ਖਾ ਲਓ, ਫਿਰ ਪਛਤਾਉਣਾ ਤੇ ਪੈਣਾ ਹੀ ਹੈ। ਪਛਤਾਉਣਾ ਤੇ ਅੱਗੇ ਹੀ ਹੈ, ਕਹਿੰਦਾ ਖਾ ਕੇ ਪਛਤਾਵਾਂਗੇ। ਅੱਛਾ, ਜਿਹੜੀ 10 ਅਫਸਰਾਂ ਦੀ ਸੂਚੀ ਭੇਜੀ ਹੈ DGP ਲਾਉਣ ਦੀ ਪੰਜਾਬ ਸਰਕਾਰ ਨੇ ਕੇਂਦਰ ਨੂੰ, ਕੀ ਲੱਗਦਾ ਤੁਹਾਨੂੰ? ਕਿਉਂਕਿ ਨਵਜੋਤ ਸਿੱਧੂ ਹੁਣਾਂ ਨੂੰ ਜਿਹੜੀਆਂ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਇੱਕ ਇਹ ਵੀ ਤਾਂ ਹੈ ਨਾ, ਇੱਕ ਤਾਂ ਜਿਹੜਾ ਆਪਣਾ ਬੈਂਸ ਸਾਹਿਬ ਨੂੰ ਲਾਇਆ ਗਿਆ ਵਾ, ਉਹਦੇ ਬਾਰੇ ਚਲੋ ਤੁਹਾਡਾ ਨਜ਼ਰੀਆ ਵੀ ਲਵਾਂਗੇ। ਤੇ ਇਹ 2 ਅਫਸਰ ਤਾਂ ਜਿਹੜੇ ਮੇਨ ਤੌਰ ਤੇ ਜਿਹੜੇ ਕੇਂਦਰ ਚਾਹਵੇ ਤਾਂ ਉਹ ਸਿੱਧੂ ਨੂੰ ਠੰਡਾ ਕਰਨ ਵਾਸਤੇ ਬਿਲਕੁਲ ਉਹਦੇ ਜਾਇਜ਼ ਵੀ ਆ ਮਸਲੇ ਉਹਦੇ। ਇਹ 2-4 ਮੰਗਾਂ ਉਹਦੀਆਂ ਆਪਾਂ ਗੱਲਾਂ ਕਰੀ ਚੱਲੀਏ, ਹਵਾ 'ਚ ਤੀਰ ਵਾਲੀ ਗੱਲ ਨਹੀਂ ਗੀ, ਉਹ ਜਾਇਜ਼ ਵੀ ਦਿਖਾਈ ਦਿੰਦੀਆਂ ਨੇ। ਵੀ ਅਸੀਂ ਕੀ ਮੂੰਹ ਲੈ ਕੇ ਜੇ ਇੱਦਾਂ ਹੀ ਕਰਨਾ ਸੀ ਵੀ ਕੈਪਟਨ ਨੂੰ ਲਾਉਣ ਦੀ ਕੀ ਲੋੜ ਹੈ? ਉਹਦੇ 'ਚ ਗੱਲ ਦੀ ਜੇ ਦਮ ਹੈਗਾ, ਪੁਆਇੰਟ ਹੈਗਾ। ਪਰ ਚਲੋ ਜਿਨ੍ਹਾਂ ਨੇ ਮਤਲਬ ਇੱਕੋ ਹੀ ਤਰਫਾ ਚੱਲਣਾ ਵਾ, ਉਹ ਉਹਨਾਂ ਦੀ ਮਰਜ਼ੀ ਹੈ। ਪਰ ਸਾਡਾ ਮਾਈਕ ਤੇ ਬੈਠ ਕੇ ਫਰਜ਼ ਬਣਦਾ ਕਿ ਅਸੀਂ ਦੋਨੋਂ ਪਾਸਿਆਂ ਦੀ ਗੱਲ, ਤਸਵੀਰ ਦਾ ਦੂਜਾ ਪਾਸਾ ਜ਼ਰੂਰ ਦਿਖਾਈਏ। DGP ਨੂੰ ਲਗਾਉਣ ਲਈ ਪੰਜਾਬ ਸਰਕਾਰ ਨੇ ਜਿਹੜੀ ਕੇਂਦਰ ਨੂੰ 10 ਅਫਸਰਾਂ ਦੀ ਸੂਚੀ ਭੇਜੀ ਹੈ, ਕੀ ਲੱਗਦਾ ਤੁਹਾਨੂੰ ਕਿ ਉਹ ਕਿਹਦਾ ਨੌਕਾ ਪੈ ਸਕਦਾ? ਐਕਚੁਅਲੀ ਬੇਸਿਕਲੀ ਜੀ ਜਿਹੜੀ ਸਿੱਧੂ ਸਾਹਿਬ ਦੀ ਲੜਾਈ ਸੀ, ਉਹ ਲੜਾਈ ਜਿਹੜੀ ਇਹਨਾਂ ਦੀ ਕਿਸੇ ਅਫਸਰਾਂ ਨੂੰ ਲਾਉਣ ਦੀ ਨਹੀਂ ਸੀ। ਸਿਰਫ ਉਹਨਾਂ ਨੂੰ ਐਜ ਏ ਪ੍ਰਧਾਨ ਅੱਖੋਂ ਪਰੁੱਖੇ ਕਰਨ ਦੀ ਸੀ। ਕੀਤਾ ਕਿਹਨੇ ਸੀ? ਮਨਪ੍ਰੀਤ ਬਾਦਲ ਨਾਲ ਸਿੱਧੀ ਲੜਾਈ ਸੀ।
ਤੁਹਾਨੂੰ ਪਤਾ ਪਹਿਲੀ ਮੀਟਿੰਗ ਦੇ ਵਿੱਚ ਹੀ ਜਿੱਦਣ ਪ੍ਰੈਸ ਤੋਂ ਕੀਤੀ ਆ ਆਪਣੇ ਚੰਨੀ ਸਾਹਿਬ ਨੇ, ਉਹਨਾਂ ਦੀ ਨਾਰਾਜ਼ਗੀ ਤੋਂ ਬਾਅਦ, ਉਹਨਾਂ ਅਸਤੀਫੇ ਤੋਂ ਬਾਅਦ ਉਹਨਾਂ ਕਹਿਤਾ ਸੀਗਾ, ਚੰਨੀ ਜੀ ਨੇ ਕਹਿਤਾ ਸੀਗਾ, ਕਹਿੰਦਾ ਜੀ ਮੇਰੇ ਨਾਲ ਸਿੱਧੂ ਨੂੰ ਕੋਈ ਵਿਰੋਧ ਨਹੀਂ ਹੈ ਕਿਸੇ ਕਿਸਮ ਦਾ, ਮੇਰੇ ਨਾਲ ਉਹਨਾਂ ਦੇ ਸਾਰੇ ਅੱਛੇ ਸੰਬੰਧ ਹੈਗੇ ਆ, ਫਿਰ ਵੀ ਜਾ ਕੇ ਮਿਲ ਕੇ ਪਤਾ ਕਰਾਂਗੇ ਕਹਾਣੀ ਕੀ। ਇਹ ਕਹਾਣੀ ਸਿਰਫ ਇਹ ਸੀ ਕਿ ਜਦੋਂ ਦਿੱਲੀ ਗਏ ਨੇ ਇਹਨਾਂ ਅਫਸਰਾਂ ਨੂੰ ਲਾਉਣ ਵਾਸਤੇ, ਮੰਤਰੀਆਂ ਦੀ ਲਿਸਟ ਬਣਾਉਣ ਵਾਸਤੇ, ਮੰਤਰੀਆਂ ਨੂੰ ਅਹੁਦੇ ਦੇਣ ਵਾਸਤੇ, ਉਦੋਂ ਅੱਖੋਂ ਪਰੋਖੀ ਕੀਤਾ ਗਿਆ ਨਵਜੋਤ ਸਿੰਘ ਸਿੱਧੂ। ਜੇ 3 ਬੰਦੇ ਗਏ ਸੀ, ਚੌਥਾ ਵੀ ਚੱਲ ਜਾਂਦਾ ਤੇ ਕੀ ਮਾੜਾ ਸੀਗਾ, ਲੇਕਿਨ ਉਹਨੂੰ ਨਹੀਂ ਲਿਆ ਗਿਆ, ਜਿਹਦੇ ਰੋਸ ਵਜੋਂ ਮੈਂ ਇਹ ਵੀ ਗੱਲ ਕਹੂੰਗਾ, ਜੋ ਮੇਰਾ ਅੰਦਾਜ਼ਾ ਵਾ ਉਹਨੇ ਜੋ ਕੀਤਾ ਹਾਈ ਕਮਾਂਡ ਦੇ ਕਹਿਣ ਤੇ ਕੀਤਾ, ਝਟਕਾ ਦਿੱਤਾ। ਤਾਈਓ ਹਾਈ ਕਮਾਂਡ ਨੇ ਕਹਿ ਦਿੱਤਾ ਵੀ ਆਪਣਾ ਮਾਮਲਾ ਆਪ ਨਿਬੇੜੋ, ਅਸੀਂ ਉਹਦਾ ਰਿਜ਼ਾਈਨ ਜਿਹੜਾ ਐਕਸੈਪਟ ਨਹੀਂ ਕਰਨਾ। ਇਸੇ ਕਰਕੇ ਕਿਹਾ, ਇਸ ਕਰਕੇ ਮੈਂ ਤੇ ਹੁਣ ਫਿਰ ਕਹਿਣਾ ਇਹ ਗੱਲ, ਪਰ ਜਿਹੜਾ ਮਰਜ਼ੀ ਅਫਸਰ ਤੁਸੀਂ 1980 ਤੋਂ ਬਾਅਦ ਦਾ ਲਾ ਲਓ, ਉਹਦੇ ਕਿਤੇ ਨਾ ਕਿਤੇ ਪਿਛਲੇ ਮਾੜੇ ਦੌਰ ਦੇ ਦੌਰਾਨ ਕਿਤੇ ਕਿਤੇ ਹੱਥ ਖੂਨ ਨਾਲ ਲੰਗੇ ਰੰਗੇ ਤੁਹਾਨੂੰ ਮਿਲਣਗੇ, ਲੇਕਿਨ ਹਾਲਾਤਾਂ ਨਾਲ ਬੜਾ ਫਰਕ ਪੈ ਜਾਂਦਾ। ਹਾਲਾਤ ਹੁਣ ਕੁਝ ਹੋਰ ਆ, ਉਦੋਂ ਕੁਝ ਹੋਰ ਸੀ। 10 ਅਫਸਰਾਂ ਦੀ ਲਿਸਟ ਭੇਜੀ ਹੈ, ਉਹਦੇ ਵਿੱਚ ਜੇ ਜੋਤਾਜਨ ਲੇਟ ਹੁੰਦੇ ਤੇ ਚਟੋਪਾਧਿਆਏ ਨਾਂ ਨਹੀਂ ਸੀ ਆਉਣਾ। ਕਿਉਂ ਨਹੀਂ ਆਉਣਾ ਸੀ? ਚਟੋਪਾਧਿਆਏ ਸਾਹਿਬ 31 ਮਾਰਚ ਨੂੰ ਰਿਟਾਇਰ ਹੋ ਰਹੇ, ਜੇ 30 ਸਤੰਬਰ ਤੱਕ ਨਾ ਭੇਜੇ ਜਾਂਦੇ ਤੇ ਫਿਰ ਉਹਨਾਂ ਦਾ ਨਾਂ ਨਹੀਂ ਜਾ ਸਕਣਾ, ਕਿਉਂਕਿ ਜਿਹੜਾ ਵੀ ਅਧਿਕਾਰੀ ਡੀਜੀਪੀ ਲਾਉਣਾ ਉਹਦੇ ਘੱਟੋ ਘੱਟ 6 ਮਹੀਨੇ ਤੋਂ ਵੱਧ ਸਮਾਂ ਜਿਹੜਾ ਵਾ ਉਹਦਾ ਰਿਟਾਇਰ ਹੁੰਦਾ ਨਹੀਂ ਹੋਣਾ ਚਾਹੀਦਾ। ਜੇ 6 ਮਹੀਨੇ ਘੱਟ ਹੋ ਗਿਆ ਤੇ ਫਿਰ ਉਹਦਾ ਨਾਂ ਨਹੀਂ ਜਾਏਗਾ, ਫਿਰ ਡੀਜੀਪੀ ਨਹੀਂ ਲੱਗੇ। ਇਸ ਕਰਕੇ ਨਾ ਤੇ ਚਲੇ ਗਏ ਸਾਰੇ, ਲੇਕਿਨ ਫਿਰ ਜਿਹੜੀ ਗੁਣਾ ਪੈਂਦਾ ਭਾਵਰਾ ਦੇ ਉੱਤੇ ਜਾਂ ਇਕਬਾਲਪ੍ਰੀਤ ਦੇ ਉੱਤੇ, ਇਹਨਾਂ ਦੇ ਨਾਂ ਵੀ ਗਏ ਨੇ। ਇਹਨਾਂ ਦੇ ਵਿੱਚ 10 ਬੰਦਿਆਂ ਦੇ ਗਏ ਨੇ, 10 ਦੇ ਵਿੱਚੋਂ 3 ਸਿਲੈਕਟ ਕਰਕੇ ਭੇਜਣੇ ਇਹਨਾਂ ਨੇ। ਅਸੀਂ ਇਹ ਜਿਹੜੇ ਆ ਇਹਨਾਂ ਦੀ ਜਿਹੜੀ ਆ ਕੈਟਾਗਰੀ, ਇਹਨਾਂ ਦੀ ਪ੍ਰਮੋਸ਼ਨ, ਇਹਨਾਂ ਦੀ ਜੋ ਸਰਵਿਸ ਰੂਲ ਨੇ, ਉਹਦੇ ਮੁਤਾਬਕ ਤੁਹਾਨੂੰ 3 ਬੰਦੇ ਨਾਂ ਭੇਜਣੇ, ਤੇ 3 ਦੇ ਵਿੱਚੋਂ ਪੰਜਾਬ ਸਰਕਾਰ ਨੇ ਫਿਰ ਚੁਣਨਾ ਵੀ ਸੀ ਕਿਹੜਾ ਡੀਜੀਪੀ ਲਓ ਜੀ। ਅੱਛਾ। ਜਦੋਂ ਇਹਨਾਂ ਦੀ ਚੋਣ ਹੋਣੀ, ਬਕਾਇਦਾ ਸਾਡਾ ਹੋਮ ਸੈਕਟਰੀ ਤੇ ਹੋਮ ਮਿਨਿਸਟਰ ਤੇ ਬੈਠਾ ਹੋਊਗਾ ਨਾਲ, ਇਹ ਬੈਠੇ ਹੋਣਗੇ, ਗੱਲ ਕਰਾਂਗੇ ਉਹਨਾਂ ਦਾ ਬਕਾਇਦਾ ਤੌਰ ਤੇ। ਇਸ ਕਰਕੇ ਇਹ ਨਿਯੁਕਤੀ ਭਾਵੇਂ ਜਿਹੜਾ ਮਰਜ਼ੀ ਅਫਸਰ ਲੱਗ ਜਾਵੇ, ਸਰਕਾਰ ਦੇ ਪੱਲੇ ਕੁਝ ਹੋਵੇ ਤੇ ਅਫਸਰ ਨੇ ਕੁਝ ਨਹੀਂ ਕਰਨਾ, ਸਰਕਾਰ ਨੇ ਕਰਨਾ ਹੁੰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਸਰਦਾਰ ਰਣਜੀਤ ਸਿੰਘ ਬਨੋਪਰਾ ਮਿਨਿਸਟਰ ਸੀ, ਮੰਤਰੀ ਸੀ, ਕਿਤੇ ਕਬਜ਼ੇ ਦੀ ਗੱਲ ਸੀ। ਐਸਐਸਪੀ ਜਿਹੜੇ ਸਾਡੇ ਸੁਖਦੇਵ ਸਿੰਘ ਹੈਗੇ ਸੀ ਬਰਾੜ ਤਰਨਤਾਰਨ, ਉਹਨਾਂ ਨੂੰ ਕਿਹਾ ਜੀ ਆਹ ਕੰਮ ਹੈਗਾ, ਕਹਿੰਦਾ ਤੇ ਕਰ ਲਓ। ਜਾ ਕੇ ਉਹਨੇ ਕੰਮ ਕਰ ਲਿਆ। ਕੰਮ ਕਰਨ ਤੋਂ ਬਾਅਦ ਇੱਕ ਏਐਸਆਈ ਨੇ ਕੱਢ ਕੇ ਬਾਹਰ ਮਾਰਿਆ ਉਹਨਾਂ ਨੂੰ। ਏਐਸਆਈ ਕਹਿੰਦੇ ਉਹਨੂੰ, ਕਹਿੰਦੇ ਇਹ ਤੂੰ ਸਾਹਿਬ ਨਾਲ ਗੱਲ ਕਰਨਾ। ਕਿਹੜੇ ਸਾਹਿਬ ਨਾਲ? ਕਹਿੰਦਾ ਮੇਰਾ ਸਾਹਿਬ ਬ੍ਰਹਮਪੁਰਾ, ਮੇਰੇ ਹਲਕੇ ਦਾ ਐਮਐਲਏ ਤੇ ਮੇਰਾ ਮਿਨਿਸਟਰ, ਮੇਰਾ ਹੋਰ ਸਾਹਿਬ ਕੋਈ ਨਹੀਂ, ਮੈਂ ਉਹਨੂੰ ਜਵਾਬ ਦੇ, ਮੈਂ ਕਿਸੇ ਹੋਰ ਨੂੰ ਜਵਾਬ ਦੇ ਨਹੀਂ ਹੈਗਾ। ਇਸ ਕਰਕੇ ਜੇ ਕਿਤੇ ਪੋਲੀਟੀਕਲ ਬੰਦਿਆਂ ਦੇ ਵਿੱਚ ਜਿਹੜੀ ਆ ਇੱਛਾ ਸ਼ਕਤੀ ਦੀ ਘਾਟ ਨਾ ਹੋਵੇ, ਮਜ਼ਬੂਤ ਹੋਵੇ ਉਹ, ਤੇ ਜਿਹੜਾ ਮਰਜ਼ੀ ਅਫਸਰ ਲਾ ਲਓ, ਉਹ ਤੇ ਰਾਜਪੂਤ ਨੇ, ਜਿਹਦਾ ਰਾਜ ਉਹਦੇ ਪੂਤ, ਉਹਦੇ ਅੱਖਾਂ ਨੂੰ ਕੰਮ ਕਰਨੇ ਪੈਣੇ ਆ। ਸੈਣੀ ਸਾਹਿਬ ਦੀ ਲੈ ਲਓ ਗੱਲ, ਸੈਣੀ ਸਾਹਿਬ ਦੀ ਗੱਲ ਲੈ ਲਓ ਤੁਸੀਂ। ਸੈਣੀ ਸਾਹਿਬ ਜਿਹੜੇ ਉਹ ਬਿਲਕੁਲ ਖਾਸ ਬੰਦੇ ਹੁੰਦੇ ਸੀ ਵਿਰਕ ਸਾਹਿਬ ਦੇ, ਲੇਕਿਨ ਸਰਕਾਰ ਬਦਲੀ, ਉਸੇ ਸੈਣੀ ਨੇ ਬੰਦੇ ਭੇਜੇ ਤੇ ਵਿਰਕ ਨੂੰ ਗ੍ਰਿਫਤਾਰ ਕਰ ਲਿਆ। ਇਹ ਰਾਜਪੂਤ ਨੇ, ਜਿਹਦਾ ਰਾਜ ਉਹਦੇ ਪੂਤ ਨੇ। ਇਹ ਚ ਕੋਈ ਪਤਾ ਫਰਕ ਨਹੀਂ ਪੈਣ ਲੱਗਾ। ਜਿਹੜਾ ਮਰਜ਼ੀ ਤੁਸੀਂ ਅਫਸਰ ਲਾ ਲਓ, ਕਿਤੇ ਨਾ ਕਿਤੇ ਇੱਕ ਦੇ ਕੇਸ ਚ ਉਹਦਾ ਨਾਂ ਵਿੱਚ ਆ ਹੀ ਜਾਣਾ, ਲੇਕਿਨ ਆਪਾਂ ਉਹਨਾਂ ਨੂੰ ਹੁਣ ਪਿੱਛੇ ਛੱਡ ਕੇ ਤੇ ਕੰਮ ਚ ਲਾਉਣਾ ਵਾ। ਕੰਮ ਚ ਲਾਉਣ ਤੋਂ ਬਾਅਦ ਉਹਨਾਂ ਨੂੰ ਲਾਉਣਾ ਹੀ ਪੈਣਾ ਜੀ। ਜੇ ਅਸੀਂ ਇਹਨਾਂ 10 ਦੇ ਵਿੱਚੋਂ 3 ਨਾਂ ਆਉਂਦੇ, ਹੁਣ ਦੇਖਦੇ ਹਾਂ ਕਿ ਕਿਹਦਾ ਨੌਂਗਾ ਪੈਂਦਾ, ਇੱਕ ਇੰਤਜ਼ਾਰ ਰਹੇਗਾ। ਅੱਛਾ, ਮੁੱਖ ਮੰਤਰੀ ਇਸ ਵਕਤ ਪੂਰੇ ਐਕਸ਼ਨ ਮੂਡ ਦੇ ਵਿੱਚ ਨੇ। ਉਹ 3 ਮਹੀਨਿਆਂ ਦੇ ਵਿੱਚ ਦੱਸਣਾ ਚਾਹੁੰਦੇ ਨੇ ਕਿ ਮੈਂ ਵਾਕਈ ਮੁੱਖ ਮੰਤਰੀ ਹਾਂ। ਔਰ ਇੱਕ ਫਿਲਮ ਆਈ ਸੀ ਨਾ ਇੱਕ ਦਿਨ ਦਾ, ਮੁੱਖ ਮੰਤਰੀ ਪਤਾ ਨਹੀਂ ਕਿਹੜਾ ਸੀ, ਅਨਿਲ ਕਪੂਰ ਦੀ ਸੀਗੀ, ਮੁੱਖ ਮੰਤਰੀ ਨਾਇਕ ਫਿਲਮ ਸੀ, ਨਾਇਕ ਫਿਲਮ। ਮੈਨੂੰ ਲੱਗਦਾ ਕਿ ਉਹ ਵੇਖੋ, ਸੰਨੀ ਹੁਣੀ ਸਾਡੀ ਉਮਰ ਤੋਂ ਛੋਟੇ ਹੋ ਸਕਦੇ ਆ ਜਾਂ ਵੱਡੇ ਹੋ ਸਕਦੇ ਆ, ਇੱਕੋ ਜਿਹੀ ਇਹਨੇ ਫਿਲਮ ਵੇਖੀ ਹੋਊਗੀ। ਉਹ ਐਕਸ਼ਨ ਦੇ ਮੂਡ ਦੇ ਵਿੱਚ ਨੇ, ਉਹ ਸ਼ਾਖ ਬਣਾਉਣਾ ਚਾਹੁੰਦੇ ਨੇ, ਕੁਝ ਆਪਣੀ ਸਟੈਂਪ ਛੱਡਣਾ ਚਾਹੁੰਦੇ ਨੇ, ਕਿ ਜਿਵੇਂ ਪੁਰਾਣੇ ਮੁੱਖ ਮੰਤਰੀਆਂ ਨੂੰ ਯਾਦ ਕਰਦੇ ਨੇ ਕੁਝ ਲੋਕ, ਹਾਂਜੀ। ਉਹਦੇ ਵਿੱਚ ਆਪਣਾ ਨਾਮ ਮੈਂ ਕਹਿੰਦਾ ਚੰਗੀ ਗੱਲ, ਪਰ ਦਿਲੋਂ ਕਰੋ, ਚੰਗੀ ਗੱਲ।
ਰਾਜਾ ਵੜਿੰਗ ਵੀ ਆਪਣੇ ਲੈਵਲ ਤੇ ਲੱਗਾ ਹੋਇਆ ਤੇ ਇਹ ਵੀ ਲੱਗਾ, ਚਲੋ ਠੀਕ ਹੈ, ਉਹ ਨੌਜਵਾਨ ਆ, ਉਹਦੇ ਵਾਸਤੇ ਤੇ ਬਹੁਤ ਅੱਗੇ, ਇਹਨਾਂ ਦੋਨਾਂ ਵਾਸਤੇ ਬਹੁਤ ਮੰਜ਼ਿਲ ਪਈ ਹੈ, ਬਹੁਤ ਬਹੁਤ। ਇਹ ਇਹਨਾਂ ਦਾ ਦੋਨਾਂ ਦਾ ਇਹ ਇੱਕ ਪ੍ਰੀਖਿਆ ਕਾਲ ਹੈ ਸਾਰੇ ਮੰਤਰੀਆਂ ਦਾ, ਈਵਨ ਦੋ ਰਾਣਾ ਗੁਰਜੀਤ ਵੀ ਹੋਵੇ, ਜਿੰਨੇ ਵੀ ਮੰਤਰੀ ਨੇ, ਵੀ ਜੇ ਉਹ ਤੇ ਦਾਗ ਲੱਗੇ ਤੇ ਧੋਣੇ। ਵੇਖੋ ਜਿਸ ਤਰੀਕੇ ਨਾਲ ਉਹਨੇ ਆਪਣੇ ਰਸੋਈਏ ਨੂੰ ਕਹਿ ਕੇ ਮਾਈਨਿੰਗ ਦੇ ਮਿੱਲਾਂ ਦੀ ਜੋ ਵੀ ਕੀਤੀ ਆ, ਉਹ ਤਾਂ ਹਰ ਬੰਦਾ ਕਰਨਾ ਚਾਹੁੰਦਾ ਤੇ ਹਰ ਕਰਦਾ ਵੀ ਹੈ, ਚਾਹੇ ਹਮਾਮ ਸਾਰੇ ਨੰਗੇ, ਚਾਹੇ ਜਿਹੜਾ ਫੜਿਆ ਗਿਆ ਚੋਰ ਆ, ਬਾਕੀ ਸਾਰੇ ਸਾਧ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਮੁੱਖ ਮੰਤਰੀ ਨੇ ਅੱਧੀ ਰਾਤ ਨੂੰ ਜਿਹੜਾ ਡੇਅਰੀ ਮਾਲਕਾਂ ਦੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਲਿਖਿਆ ਜਾਊਗਾ ਕਿ ਵੇਖੋ ਜੀ ਅੱਧੀ ਰਾਤ ਤੱਕ ਸਾਡੇ ਸੂਬੇ ਦਾ ਮੁੱਖ ਮੰਤਰੀ ਤੁਰਿਆ ਫਿਰਦਾ। ਇਹ ਪਟਿਆਲੇ ਦੀ ਘਟਨਾ ਜੀ, ਪਟਿਆਲੇ ਦੇ ਵਿੱਚ ਜਿਹੜੀ ਡੇਅਰੀ ਦਾ ਪੁਆਇੰਟ ਦਿੱਤਾ ਬਾਹਰ, ਉਹਨਾਂ ਨੂੰ ਕਾਰਪੋਰੇਸ਼ਨ ਨੇ ਦਿੱਤਾ ਬਾਹਰ ਵੀ ਤੁਹਾਨੂੰ ਇਹ ਅਸੀਂ ਜਗ੍ਹਾ ਦੇ ਦਿੱਤੀ, ਤੁਸੀਂ ਆਪਣੀ ਡੇਅਰੀ ਇੱਥੇ ਸ਼ਿਫਟ ਕਰੋ। ਉਹਨਾਂ ਕਿਹਾ ਜੀ ਇੱਥੇ ਪ੍ਰਬੰਧ ਮੁਕੰਮਲ ਨਹੀਂ ਹੈਗੇ, ਇੱਥੇ ਸ਼ਿਫਟ ਨਹੀਂ ਕਰ ਸਕਦੇ। ਉਹ ਕਹਿੰਦੇ ਫਿਰ ਧੱਕੇ ਨਾਲ ਸ਼ਿਫਟ ਕਰਾਂਗੇ ਅਸੀਂ। ਉਹਨਾਂ ਦਾ ਪ੍ਰੋਗਰਾਮ ਸੀ ਰਾਤ ਨੂੰ ਐਕਸ਼ਨ ਕਰਨ ਦਾ। ਉਹਨਾਂ ਜਿਹੜੇ ਡੇਅਰੀ ਮਾਲਕ ਸੀ ਉਹ ਰਾਤੋਂ ਰਾਤ ਚੰਡੀਗੜ੍ਹ ਆਏ, ਆ ਕੇ ਉਹਨਾਂ ਦੀ ਕੋਠੀ ਦੇ ਬਾਹਰ ਜਾ ਕੇ ਦੱਸਿਆ ਵੀ ਸਾਡੀ ਪ੍ਰੋਬਲਮ ਹੈਗੀ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ। ਅੱਧੀ ਰਾਤ ਮੁੱਖ ਮੰਤਰੀ ਸਾਹਿਬ ਉੱਠ ਕੇ ਉਹਨਾਂ ਨੂੰ ਮਿਲੇ, ਦੱਸੋ ਜੀ ਕੀ ਗੱਲ ਆ। ਜਦੋਂ ਉਹਨਾਂ ਦੀ ਗੱਲ ਸੁਣੀ, ਕਹਿੰਦੇ ਗੱਲ ਤਾਂ ਤੁਹਾਡੀ ਜਾਇਜ਼ ਆ। ਉਸੇ ਵੇਲੇ ਰਾਤ DC ਨੂੰ ਫੋਨ ਕੀਤਾ, SSP ਨੂੰ ਫੋਨ ਕੀਤਾ ਤੇ ਇਹਨਾਂ ਨੂੰ ਕੁਛ ਨਹੀਂ ਕਹਿਣਾ, ਕਾਰਪੋਰੇਸ਼ਨ ਨੂੰ ਕਹੋ ਜਿਹੜੇ ਪ੍ਰਬੰਧ ਉੱਤੇ ਕਰਨ ਦੀ ਲੋੜ ਹੋਗੀ ਪਹਿਲਾਂ ਉਹ ਸਾਰੇ ਪ੍ਰਬੰਧ ਕਰੇ, ਫਿਰ ਇਹਨਾਂ ਨੂੰ ਕੁਛ ਕਹਿਣਾ। ਜੇ ਰਾਤ ਦੇ ਅੱਧੀ ਰਾਤ ਉੱਠ ਕੇ ਮੁੱਖ ਮੰਤਰੀ ਸਾਹਿਬ ਲੋਕਾਂ ਦੀ ਜਿਹੜੀ ਫਰਿਆਦ ਸੁਣ ਸਕਦਾ ਤੇ ਉਹਦਾ ਹੱਲ ਕਰ ਸਕਦਾ, ਤੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੋਰ? ਇਹ ਤੋਂ ਕੀ ਕਰੇ ਵਿਚਾਰਾ? ਅਜੇ ਵੀ ਜੇ ਉਹਦੇ ਤੇ ਅਸੀਂ ਕਿਸੇ ਕਿਸਮ ਦੇ ਕੋਈ ਦੋਸ਼ ਲਾਈ ਤੇ ਮੇਰੇ ਸੋਪ ਦੇ ਜੀ। ਇਸੇ ਕਰਕੇ ਉਹਨਾਂ ਨੇ ਉਹ ਫਰਿਆਦ ਉਹਨਾਂ ਦੀ ਹੱਲ ਕੀਤੀ, ਮਸਲਾ ਹੱਲ ਕੀਤਾ, ਤੇ ਉਹ ਵਿਚਾਰੇ ਖੁਸ਼ ਹੋ ਕੇ ਉੱਥੋਂ ਗਿਆ ਵੀ ਮੇਰੇ ਗੁਣ ਗੋਦੇ ਕਿ ਮੈਂ ਇਹ ਮੁੱਖ ਮੰਤਰੀ ਜੀ, ਮੁੱਖ ਮੰਤਰੀ ਕਿ ਜਿਹਨੂੰ ਅਸੀਂ ਰਾਜਾ ਕਹਿੰਦੇ ਆ। ਤੁਹਾਨੂੰ ਪਤਾ ਹੋਏਗਾ ਪੁਰਾਣੇ ਜ਼ਮਾਨੇ ਦੇ ਵਿੱਚ ਰਾਤ ਨੂੰ ਕੋਈ ਫਰਿਆਦੀ ਹੁੰਦਾ, ਰਾਜੇ ਦੇ ਮਾਲ ਦੇ ਬਾਹਰ ਟੱਲ ਲੱਗਾ ਹੁੰਦਾ ਸੀ, ਉਹ ਟੱਲ ਵੱਜਦਾ ਸੀ ਤੇ ਰਾਜਾ ਆਪ ਬਾਹਰ ਹੁੰਦਾ ਸੀ, ਤੈਨੂੰ ਕੀ ਪ੍ਰੋਬਲਮ ਹੈ ਦੱਸ, ਵੀ ਤੈਨੂੰ ਕੀ ਪ੍ਰੋਬਲਮ ਹੈ ਹੋ ਗਈ ਦੱਸ ਮੈਨੂੰ। ਉਹਦੀ ਮੁਸ਼ਕਲ ਦਾ ਹੱਲ ਰਾਤ ਹੀ ਰਾਜਾ ਕਰਦਾ ਸੀ। ਜਦੋਂ ਉਹਦਾ ਮੁਸ਼ਕਲ ਦਾ ਹੱਲ ਨਹੀਂ ਕਰਦਾ, ਸੌਂਦਾ ਨਹੀਂ ਸੀ। ਤੇ ਚੰਗੀ ਗੱਲ, ਚੰਨੀ ਸਾਹਿਬ ਨੇ ਜੇ ਇਹ ਕੰਮ ਕੀਤਾ ਤੇ ਉਹ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਜਿਹੜੀ ਮੀਟਿੰਗ ਕੀਤੀ ਉਹ ਵੀ ਫੋਟੋਆਂ ਬਾਹਰ ਆਈਆਂ ਨੇ। ਤਾਂ ਅਸੀਂ ਚੰਨੀ ਸਾਹਿਬ ਨੂੰ ਇੱਕ ਬੇਨਤੀ ਕਰਾਂਗੇ, ਏਦਾਂ ਆਪਣਾ ਕੰਮ ਜਾਰੀ ਰੱਖੋ ਤੇ ਜਿਹੜੀ ਗੱਲ ਤੁਸੀਂ ਕੀਤੀ ਸੀ 1 ਲੱਖ ਨੌਕਰੀਆਂ ਹੋਰ ਕਰਾਂਗੇ ਅਸੀਂ। ਪਰਸੋਂ ਜਿਹੜੀਆਂ ਨਰਸਾਂ ਨੇ ਵਿਚਾਰੀਆਂ ਨੇ ਪਿੱਟ ਛਾਪਾ ਕੀਤਾ ਕਿ ਸਾਨੂੰ ਕਿਹਾ ਗਈ ਤੁਹਾਨੂੰ ਨੌਕਰੀ ਪੱਕੀ ਕਰ ਦਿਆਂਗੇ, ਤੇ ਸਾਨੂੰ ਅੱਜ ਕੱਢ ਦਿੱਤਾ ਗਿਆ। ਉਹ ਮੁਜ਼ਾਹਰਾ ਕਰਨ ਆਈਆਂ ਸੀ ਉੱਥੇ, ਉਹਨਾਂ ਦੀ ਫਰਿਆਦ ਸੁਣੋ, ਉਹਨਾਂ ਦਾ ਮਸਲਾ ਵੀ ਹੱਲ ਕਰੋ। ਜਿਹੜੇ ਟੀਚਰ ਜਿਹੜੇ ਤੁਸੀਂ ਕਿਹਾ ਸੀ ਕੱਚੇ ਪੱਕੇ ਕਰਨੇ ਆ, ਉਹਨਾਂ ਦੀ ਵੀ ਫਰਿਆਦ ਸੁਣੋ। ਕੰਮ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ, ਸਮਾਂ ਬਹੁਤ ਥੋੜਾ ਜੀ। 9058131320 905-813-1320 ਤੇ ਤੁਸੀਂ ਕਾਲ ਕਰਨੀ ਹੋਵੇ, ਸਵਾਲ ਕਰਨਾ ਹੋਵੇ, ਜਿਹੜੀਆਂ ਕਾਲਾਂ ਫਲੈਸ਼ ਕਰ ਰਹੀਆਂ ਸਨ ਅਸੀਂ ਕਰ ਦਿੱਤੀਆਂ, ਸਾਨੂੰ ਕਾਲ ਕਰ ਸਕਦੇ ਹੋ। ਅਗਲੀ ਕਾਲ ਆ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੇਰਾ ਇੱਕ ਕੁਐਸਚਨ ਹੈ ਕਿ ਬੀਬੀ ਬਲਜਿੰਦਰ ਕੌਰ ਜਾ ਕੇ BJP ਵਾਲਿਆਂ ਨੂੰ ਹੁਣ ਅੱਜ ਕੱਲ੍ਹ ਬਹੁਤ ਮਿਲ ਰਹੇ ਆ, ਇੱਕ ਇਹਦਾ ਦੱਸਿਓ। ਤੇ ਜਿਹੜਾ ਕੈਪਟਨ ਸਾਹਿਬ ਏਦਾਂ ਕਾਂਗਰਸ ਨੂੰ ਅੱਖਾਂ ਕੱਢ ਰਹੇ ਆ ਕਿ ਉਹ ਬਹੁਤ ਦੁੱਧ ਧੋਤੇ ਆ, ਕਿ ਮਤਲਬ ਜੇਕਰ ਕਾਂਗਰਸ ਚਾਹਵੇ ਤਾਂ ਉਹਨਾਂ ਨੂੰ ਬੇਅਦਬੀ ਕਾਂਡ ਦੇ ਉੱਤੇ ਘੇਰ ਸਕਦੇ, ਜਿਹੜੀਆਂ ਇੰਨੀਆਂ ਇਹਨਾਂ ਨੇ ਕਰਪਸ਼ਨ ਕੀਤੀ ਆ ਇਹਦੇ ਉੱਤੇ ਘੇਰ ਸਕਦੇ ਆ। ਹੋਰ ਵੀ ਕਈ ਹੈਗੇ ਨਸ਼ਿਆਂ ਦੇ ਉੱਤੇ ਘੇਰ ਸਕਦੇ ਆ, ਤੇ ਕਿਉਂ ਨਹੀਂ ਇਹ ਦਬਕਾ ਮਾਰਦੇ ਆ ਕਿ ਜਿੱਦਾਂ ਇਸ ਵੇਲੇ ਕੈਪਟਨ ਸਾਹਿਬ ਆ ਕਿ ਮਤਲਬ ਮੈਂ ਏਦਾਂ ਕਰ ਦੂੰ, ਮੈਂ ਉਹ ਕਰ ਦੂੰ। ਕਹਿੰਦੇ ਹੁਣ ਮੈਂ ਹੁਣ ਆਉਂਦਾ ਹੀ ਰਿਹਾ। ਚਲੋ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਕੈਪਟਨ ਸਾਹਿਬ ਆਪਣੀ ਨਵੀਂ ਪਾਰਟੀ ਬਣਾਉਣ ਦੇ ਮੂਡ 'ਚ ਵੀ ਨਹੀਂ, ਉਹਦੀ ਵੀ ਗੱਲ ਕਰਾਂਗੇ। ਕੀ ਕਹਿਣਾ ਚਾਹੋਗੇ? ਪਹਿਲਾ ਸਵਾਲ ਜਿਹੜਾ ਵੀਰ ਜੀ ਨੇ ਕੀਤਾ, ਜਿਹੜੀ ਵੀਰ ਜੀ ਨੇ ਗੱਲ ਕੀਤੀ ਜੀ, ਕੈਪਟਨ ਸਾਹਿਬ ਦੀ ਦਬਕੇ ਬੰਦਾ ਉਹ ਮਰਦਾ ਹੁੰਦਾ, ਧਮਕੀਆਂ ਦਿੰਦਾ, ਜਿਹਦੇ ਪੱਲੇ ਕੁਛ ਨਹੀਂ ਹੁੰਦਾ। ਜਿਹਨੇ ਐਕਸ਼ਨ ਕਰਨਾ ਨਾ ਉਹ ਕਰ ਦਿੰਦਾ। ਜਿਹੜੀ ਸ਼ਾਹ ਜੀ ਨਾਲ ਮੀਟਿੰਗ ਹੋਈ ਆ, ਇਹਨੇ ਚਿੱਟੇ ਲਫ਼ਜ਼ਾਂ ਨੇ ਕਹਿਤਾ ਕਿ ਜੇ ਮੈਂ ਤੁਹਾਡੇ 'ਚ ਭਾਜਪਾ 'ਚ ਸ਼ਾਮਲ ਹੁੰਦਾ, ਨਾ ਮੇਰੇ ਪੱਲੇ ਕੁਛ ਰਹਿਣਾ, ਨਾ ਤੁਹਾਡੇ ਪੱਲੇ ਕੁਛ ਰਹਿਣਾ, ਨਾ ਆਪਣਾ ਕਿਸੇ ਸਾਥ ਦੇਣਾ। ਪਹਿਲੀ ਗੱਲ ਤੇ ਇਹ ਆ ਵੀ ਰਾਵਤ ਸਾਹਿਬ ਨੇ ਠੀਕ ਕਿਹਾ
ਕਿ ਇਹਨਾਂ ਨੂੰ ਅਸੀਂ 2 ਵਾਰੀ ਮੁੱਖ ਮੰਤਰੀ ਤੇ 3 ਵਾਰੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ, 1 ਵਾਰੀ MP ਬਣਾਇਆ ਵਾ, ਵਿਰੋਧੀ ਧਿਰ ਦਾ ਡਿਪਟੀ ਮੁਖੀ ਲੀਡਰ ਬਣਾਇਆ ਵਾ ਆਪਣੇ ਦੇ ਪਾਰਲੀਮੈਂਟ ਦੇ ਵਿੱਚ। ਹੋਰ ਇਹਨਾਂ ਨੂੰ ਕੀ ਦੇ ਦਿੰਦੇ? ਆਖਰਕਾਰ ਤੇ ਵੇਖੋ ਛੱਡਣਾ ਹੀ ਆ। ਨੈਲਸਨ ਮੰਡੇਲੇ ਨੇ 27 ਸਾਲ ਜੇਲ੍ਹ ਕੱਟੀ ਤੇ 4 ਸਾਲ ਰਾਸ਼ਟਰਪਤੀ ਰਿਹਾ ਤੇ ਚੌਥੇ ਸਾਲ ਆਪ ਕਹਿਤਾ ਵੀ ਮੈਨੂੰ ਹੋਰ ਮੈਂ ਨਹੀਂ ਬਣਨਾ, ਜਿਹਨੂੰ ਮਰਜ਼ੀ ਬਣਾ। ਇਹ ਹੁੰਦਾ ਤਿਆਗ। ਲੇਕਿਨ ਉਹ ਰਾਜੇ ਮਹਾਰਾਜੇ ਉਹ ਤਿਆਗ ਦੀ ਭਾਵਨਾ ਉਹਨੂੰ ਸ਼ਾਇਦ ਨਹੀਂ ਹੈ। ਇਸ ਕਰਕੇ ਉਹ ਦਬਕੇ ਜ਼ਰੂਰ ਮਾਰਦੇ ਆ, ਮੈਂ ਇੰਜ ਕਰ ਦੂੰਗਾ, ਮੈਂ ਸਿੱਧੂ ਨੂੰ ਕਰ ਦੂੰਗਾ, ਉਹਨੂੰ ਕਰ ਦੂੰਗਾ। ਕੱਲ ਮੁਹੰਮਦ ਮੁਸਤਫਾ ਨੇ ਇਹਨਾਂ ਨੂੰ ਇੱਕ ਟਵੀਟ ਕੀਤਾ ਕੈਪਟਨ ਸਾਹਿਬ ਨੂੰ। ਉਹਨੇ ਕਿਹਾ ਕੈਪਟਨ ਸਾਹਿਬ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਸਿੱਧੂ ਨੂੰ ਮੈਂ ਹਰਾ ਦੂੰਗਾ, ਚੋਣ ਢਾਡੀ 117 ਹਲਕਿਆਂ ਚੋਂ ਚੋਣ ਢਾਡੀ, ਤੁਸੀਂ ਆਪਣੀ ਚੁਣ ਲਓ ਤੇ ਸਿੱਧੂ ਨੂੰ ਵੀ ਚੁਣ ਲਓ। ਜਿੱਥੋਂ ਚੋਣ ਤੁਸੀਂ ਲਾਣੀ ਚੁਣ ਲਓ ਵੀ ਇੱਥੋਂ ਮੈਂ ਚੁਣ ਲਾਣੀ ਤੇ ਫਿਰ ਸਿੱਧੂ ਲੜੇ, ਮੈਨੂੰ ਹਰਾ ਦੂੰਗਾ। ਉਹਨੇ ਕਿਹਾ ਸੀ ਸਿੱਧੂ ਨੂੰ ਜਿਤਾਵਾਂਗੇ ਤੇ ਤੁਹਾਡੀ ਜ਼ਮਾਨਤ ਵੀ ਜ਼ਬਤ ਕਰਾਂਗੇ। ਇਹ ਵੀ ਚੈਲੰਜ ਇੱਕ ਸੀਗਾ। ਇਸ ਕਰਕੇ ਮੈਂ ਕਹੂੰਗੀ ਜਿਹੜੇ ਕੈਪਟਨ ਸਾਹਿਬ ਆ ਉਹਨਾਂ ਦੀ ਉਮਰ ਜ਼ਿਆਦੀ ਹੋ ਗਈ ਆ, ਸੋਚਣ ਸ਼ਕਤੀ ਘਟ ਗਈ ਆ। ਜੇ ਸੋਚਣ ਸ਼ਕਤੀ ਹੁੰਦੀ ਤੇ ਜਿਹੜੇ ਵਾਅਦੇ ਕੀਤੇ ਸੀ 50% ਪੂਰੇ ਕਰਦੇ ਲੋਕੀ ਖੁਸ਼ ਹੋ ਜਾਣੇ, ਕੋਈ ਗੱਲ ਨਹੀਂ ਯਾਰ। 40% ਪੂਰੇ ਕਰਦੇ ਤਾਂ ਵੀ ਕੋਈ ਨਹੀਂ, ਲੋਕੀ ਕੁਛ ਕੀਤਾ ਸਹੀ। ਜਦੋਂ ਆਪਾਂ ਕੀਤਾ ਹੀ ਕੁਛ ਨਹੀਂ ਤਾਂ ਦਬਕੇ ਕਾਹਦੇ ਮਾਰਦੇ ਆਪਾਂ। ਹੁਣ ਲੋਕਾਂ ਨੇ ਆਪਣੀ ਗੱਲ ਨਹੀਂ ਸੁਣੀ। ਇਹ ਲੋਕਤੰਤਰ ਆ, ਤੁਸੀਂ ਜੋ ਮਰਜ਼ੀ ਕਰ ਜੀ। ਲੋ ਆਪਾਂ ਪਾਰਟੀ ਦੀ ਗੱਲ ਨਾਲ ਕਰ ਲਈਏ ਜੀ। ਹਾਂਜੀ ਹਾਂਜੀ ਪਲੀਜ਼। ਹੁਣ ਇਹ ਪਾਰਟੀ ਬਣਾ ਰਿਹਾ ਪੰਜਾਬ ਵਿਕਾਸ ਪਾਰਟੀ। ਜਦੋਂ ਇਹਨਾਂ ਪਹਿਲਾਂ ਪਾਰਟੀ ਬਣਾਉਣ ਦੀ ਗੱਲ ਕੀਤੀ ਉਦੋਂ ਪੰਜਾਬ ਪ੍ਰਦੇਸ਼ ਕਾਂਗਰਸ ਬਣਾਉਣ ਦੀ ਗੱਲ ਕੀਤੀ। ਹੁਣ ਇਹ ਪੰਜਾਬ ਵਿਕਾਸ ਪਾਰਟੀ ਬਣਾ ਕੇ ਪੰਜਾਬ ਵਿਕਾਸ ਪਾਰਟੀ ਇਹ ਜਾ ਕੇ ਕਹਿ ਕੇ ਵੀ ਜਿੰਨੇ ਵਾਧੂ ਘੱਟੂ ਦਲ ਤੁਰੇ ਫਿਰਦੇ ਆ, ਜਿਵੇਂ ਸੰਯੁਕਤ ਅਕਾਲੀ ਦਲ, ਉਹਨਾਂ ਨੂੰ ਲੈ ਲਾਂਗੇ। ਹੋਰ ਜਿਹੜੇ ਛੋਟੀਆਂ ਮੋਟੀਆਂ ਪਾਰਟੀਆਂ ਜਿਵੇਂ ਆਦੀ ਹੈਗੀਆਂ ਸਾਡੀਆਂ ਖੱਬੇ ਪੁੱਠੀਆਂ ਪਾਰਟੀਆਂ ਹੈਗੀਆਂ, ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਇੱਕ ਦੂਜਾ ਧੜਾ ਬਣਾਇਆ ਜਾਊਗਾ ਬਕਾਇਦਾ। ਉਹਦੇ ਚ ਇਹਨਾਂ ਨੂੰ ਕਿੰਨੀ ਕੁ ਕਾਮਯਾਬੀ ਮਿਲਦੀ ਆ ਉਹ ਤੇ ਸਮਾਂ ਦੱਸੂਗਾ। ਤੇ ਉਹ ਬ੍ਰਹਮਪੁਰਾ ਸਾਹਿਬ ਦਾ ਬਿਆਨ ਆ ਵੀ ਗਿਆ। ਉਹਨਾਂ ਕਹਿਤਾ ਵੀ ਬਾਦਲ ਤੇ ਕੈਪਟਨ ਦੇ ਗੱਠਜੋੜ ਨੇ ਪੰਜਾਬ ਦਾ ਬੇੜਾਗਰ ਕਰਤਾ ਸੀ ਤੇ ਇਹ ਗੱਠ ਟੁੱਟਾ ਚੰਗਾ ਹੋਇਆ। ਇਹਦਾ ਮਤਲਬ ਉਹਨਾਂ ਸਾਰਾ ਦੇਤਾ ਵੀ ਤੂੰ ਵੱਖਰੀ ਪਾਰਟੀ ਬਣਾ, ਆਪਾਂ ਤੇਰਾ ਸਾਥ ਦਿਆਂਗੇ। ਕਿਆ ਬਾਤ ਹੈ। ਚਲੋ ਜੀ, ਹਲੋ। ਇਹਨੂੰ ਕਹਿੰਦੇ ਸਮਝ ਮੈਂ ਸਮਝ ਹੈ। ਅਗਲੀ ਕਾਲ ਲੈ ਲੈਣਾ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚੌਧਰੀ, ਮੇਰਾ ਸਵਾਲ ਹੈ ਕਿ ਕੈਪਟਨ ਨੂੰ ਰੱਖ ਕੇ ਕਾਂਗਰਸ ਸਰਕਾਰ ਨੂੰ ਜਿਹੜੀ ਮੁੱਖ ਸਰਕਾਰ ਹੈ ਛੱਬੀ ਸਾਹਿਬ ਦੀ, ਉਹਨੂੰ ਨੁਕਸਾਨ ਨਹੀਂ ਹੋ ਰਿਹਾ ਕਿ ਜਿਹੜੇ ਇਹਦੇ ਪੱਖ ਦੇ ਮੰਤਰੀ ਆ ਉਹ ਉਹਨਾਂ ਦੇ ਥਰੂ ਕੋਈ ਹੋਰ ਜ਼ਿਆਦਾ ਨੁਕਸਾਨ ਕਰੂਗਾ ਅਸਰ ਕਰਨ ਵਾਸਤੇ ਸਰਕਾਰ ਨੂੰ? ਕੀ ਖਿਆਲ ਪੱਟੀ ਸਾਹਿਬ ਦਾ ਜੀ? ਇਹ ਤੇ ਪਤਾ ਲੱਗੇਗਾ ਜਿੱਦਣ ਪੰਜਾਬ ਵਿਕਾਸ ਪਾਰਟੀ ਬਣੇਗੀ ਕਿ ਉਹ ਲੋਕ ਮੰਤਰੀ ਸਭ ਛੱਡ ਕੇ ਕੈਪਟਨ ਸਾਹਿਬ ਦੀ ਪਾਰਟੀ ਜਾਂਦੇ ਆ ਜਿਹੜੀ ਅਜੇ ਉਗਣੀ ਆ, ਜਿਹੜੀ ਇਹਦੇ ਪ੍ਰਵਾਨ ਛੱਡਣ ਵਿੱਚ ਜਾਂਦੇ ਆ। ਮੈਨੂੰ ਵੀ ਉਮੀਦ 1-2 ਬੰਦੇ ਜਿਹੜੇ ਮੰਤਰੀ ਇਸ ਵੇਲੇ ਨਹੀਂ ਹੈਗੇ, ਇੱਕ ਵੀ ਮੰਤਰੀ ਛੱਡ ਕੇ ਕੈਪਟਨ ਸਾਹਿਬ ਦੇ ਨਾਲ ਨਹੀਂ ਜਾਏਗਾ। ਇਹ ਮੇਰੀ ਗੱਲ ਨੋਟ ਕਰੋ, ਇੱਕ ਵੀ ਨਹੀਂ ਜਾਏਗਾ। ਜਿਹੜੇ ਜਾਣ ਵਾਲੇ ਨੇ ਉਹ ਬਾਹਰ ਬੈਠੇ ਨੇ, ਉਹਨਾਂ ਚੋਂ 1-2 ਬੰਦੇ ਚਲੇ ਜਾਣਗੇ, ਚੰਗੀ ਗੱਲ, ਠੀਕ, ਜਾਣ, ਕੋਈ ਗੱਲ ਨਹੀਂ। ਲੇਕਿਨ ਮੰਤਰੀ ਮੰਡਲ ਦੇ ਵਿੱਚੋਂ ਨਹੀਂ ਜਾਏਗਾ। ਇੱਕ ਵੇਖੋ ਜਿਸ ਦਿਨ ਜਦੋਂ ਇਹਨਾਂ ਨੇ ਪਰੇਡ ਕਰਾਈ ਆ MLA ਦੀ ਦਿੱਲੀ ਦੇ ਵਿੱਚ, 80 ਦੇ ਵਿੱਚੋਂ 70 MLA ਕੈਪਟਨ ਦੇ ਖਿਲਾਫ ਭੁਗਤੇ ਜੀ। ਸਾਡਾ ਕੋਈ ਕੰਮ ਨਹੀਂ ਹੋ ਰਿਹਾ, ਸਾਡੀ ਕੋਈ ਪੁੱਛ ਪੜਤਾਲ ਨਹੀਂ। ਜੇ ਅੱਗੇ ਅਕਾਲੀਆਂ ਦੇ ਕੰਮ ਹੁੰਦੇ, ਜੇ ਅਕਾਲੀਆਂ ਦੀ ਪੁਲਿਸ ਦਫ਼ਤਰ ਲੱਗੇ ਜੇ ਉਹਨਾਂ ਦੀ ਗੱਲ ਸੁਣ, ਸਾਡੀ ਕੋਈ ਗੱਲ ਨਹੀਂ ਸੁਣਦਾ। ਅਸੀਂ ਕੱਲ ਨੂੰ ਕੀ ਲੈ ਕੇ ਜਾਣਾ ਲੋਕਾਂ ਦੇ ਵਿੱਚ? ਲੋਕ ਜੁੱਤੀਆਂ ਨਹੀਂ ਮਾਰਨਗੇ, ਕੀ ਕਰਨਗੇ ਉਹ? ਜੇ 70 MLA ਕਹਿ ਕੇ ਆਏ ਤੇ ਫਿਰ ਕੈਪਟਨ ਸਾਹਿਬ ਕਿਹਦੇ ਕੋਲ ਆਸ ਰੱਖਦੇ ਕਿ ਮੇਰੇ ਨਾਲ ਤੁਰਨਗੇ? ਬਿਲਕੁਲ ਬਿਲਕੁਲ। ਇਸ ਕਰਕੇ ਵੀਰ ਜੀ ਇਹ ਇੱਕ ਵੀ ਮੰਤਰੀ ਛੱਡ ਕੇ ਨਹੀਂ ਜਾਏਗਾ। ਮੰਤਰੀ ਕੁਰਸੀ ਛੱਡ ਕੇ ਜਾਂਦਾ ਕੋਈ ਨਹੀਂ ਜਾਏਗਾ ਕੋਈ। ਦੋਸਤੋ, ਸਾਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਕਾਲਰਸ ਆਉਂਦੇ ਨੇ, ਜਿਵੇਂ ਨਾਂ ਲੈ ਸਕਦੇ ਹਾਂ, ਕਮਲ ਜੀ ਆਉਂਦੇ ਨੇ, ਉਹ ਪ੍ਰੋ ਕੈਪਟਨ ਨੇ ਤੇ ਉਹ ਆਪਣੀ ਗੱਲ ਕਰਦੇ ਨੇ ਵੀ ਅਸੀਂ ਉਹਨਾਂ ਦੀ ਗੱਲ ਨੂੰ ਇਸ ਕਰਕੇ ਨਹੀਂ ਕੱਟਣਾ ਚਾਹੁੰਦੇ ਜਾਂ ਉਹਨਾਂ ਦੀ ਗੱਲ ਦੇ ਨਾਲ ਇਸ ਕਰਕੇ ਡਿਸਐਗਰੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਅਸੀਂ ਕੈਪਟਨ ਦੇ ਕੋਈ ਵਿਰੋਧੀ ਨਹੀਂ।
ਬਿਲਕੁਲ ਨਹੀਂ ਵਿਰੋਧੀ ਜੀ, ਬਿਲਕੁਲ ਜਦੋਂ ਨਹੀਂ ਕੋਈ ਵਿਰੋਧੀ। ਕਾਲੀ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੇਗਾ ਤੇ ਜੇ ਅਸੀਂ ਸਾਡੇ ਕੋਲ ਕੋਈ ਨੌਲੇਜ ਹੈਗੀ ਤਾਂ ਅਸੀਂ ਇਹ ਕਹਿ ਦਾਂਗੇ ਕਿ ਉਹਨਾਂ ਨੇ ਆਹ ਕੰਮ ਕੀਤਾ, ਉਹਦੇ ਬਾਰੇ ਤੁਸੀਂ ਜਵਾਬ ਦੇ ਦਿਓ, ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਉਹਨੂੰ ਕੋਈ ਪੁੱਲ ਨਹੀਂ ਕਰਾਂਗੇ, ਲੈਗ ਪੁਲਿੰਗ ਅਸੀਂ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਦੇ ਕੋਈ ਵਿਰੋਧੀ ਨਹੀਂ। ਜੇ ਕੋਈ ਇਸ ਵਕਤ ਸਰਕਾਰ ਇੰਡੀਆ ਦੀ ਮੋਦੀ ਸਾਹਿਬ ਚਲਾ ਰਹੇ ਨੇ ਤੇ ਮੋਦੀ ਭਗਤ ਆ ਕੇ ਕਹੂਗਾ ਕਿ ਸਾਡਾ ਪ੍ਰਧਾਨ ਮੰਤਰੀ ਬਹੁਤ ਵਧੀਆ, ਭਾਵੇਂ 500 ਨੂੰ ਲੀਟਰ ਹੋ ਜੇ ਅਸੀਂ ਪਾਉਣਾ ਉਹਦੇ ਕੋਲੋਂ ਤੇ ਮੋਦੀ ਨੂੰ ਵੋਟ ਪਾਉਣੀ ਹੈ ਤੇ ਕਿ ਉਹਨੂੰ ਮੁਬਾਰਕ ਆ। ਪਰ ਅਸੀਂ ਪੁੱਛਾਂਗੇ ਵੀ ਕਿਸ ਹਿਸਾਬ ਦੇ ਨਾਲ ਤੁਸੀਂ ਮੈਨੂੰ ਕਹਿ ਰਹੇ ਹੋ, ਕੋਈ ਵਰਲਡ ਵਾਈਡ ਇੰਟਰਨੈਸ਼ਨਲ ਤੇਲ ਦੀ ਕੀਮਤ ਨੂੰ ਤੁਸੀਂ ਐਨਾਲਿਸਿਸ ਕਰਕੇ ਹੀ ਚੱਲੋਗੇ ਨਾ। ਬਾਕੀ ਜਨਤਾ ਤੁਸੀਂ ਅਫੋਰਡ ਕਰ ਸਕਦੇ ਹੋ 500, ਬਾਕੀ ਜਨਤਾ ਨਹੀਂ ਅਫੋਰਡ ਕਰ ਸਕਦੇ। ਅਸੀਂ ਸਵਾਲ ਕਰਾਂਗੇ, ਉਹਦਾ ਜਵਾਬ ਦੇਣਾ ਨਾ ਦੇਣਾ ਉਹਦੀ ਮਰਜ਼ੀ ਹੈ। ਪਰ ਜਿਵੇਂ ਹੁਣ ਅਸੀਂ ਕਹਿ ਰਹੇ ਹਾਂ ਕਿ ਇੱਥੇ ਕਮਲ ਜੀ ਆਉਂਦੇ ਨੇ ਤੇ ਪ੍ਰੋ ਉਹ ਕੈਪਟਨ ਪੱਖੀ ਨੇ, ਤੁਸੀਂ ਹੁਣ ਜਵਾਬ ਦੇ ਰਹੇ ਹੋ, ਤੁਸੀਂ ਅੱਜ ਪੱਤਰਕਾਰ ਹੋ, ਤੁਸੀਂ ਐਨਾਲਿਸਿਸ ਕਰ, ਮੈਂ ਹੋਸਟ ਤੁਹਾਨੂੰ ਸਵਾਲ ਪੁੱਛ ਰਿਹਾ ਨੇ, ਪੱਤਰਕਾਰ ਐਡ ਹੋਣ ਦੇ ਨਾਤੇ ਤੁਹਾਨੂੰ ਸਰੋਤੇ ਸਵਾਲ ਪੁੱਛ ਰਹੇ ਨੇ, ਤੁਸੀਂ ਉਹ ਦੱਸ ਰਹੇ ਹੋ ਜਿਵੇਂ ਮਿੰਟੂ ਜੀ ਦੱਸ ਕੇ ਗਏ ਨੇ, ਅਕੀਦਾ ਸਾਹਿਬ ਦੱਸ ਕੇ ਗਏ ਨੇ, ਜੇ ਅਮਨ ਜੀ ਪੂਰੀ ਮਿਹਨਤ ਨਾਲ ਖਬਰਾਂ ਤਿਆਰ ਕਰਕੇ ਉਹਦੇ ਵਿੱਚ ਦੱਸ ਕੇ ਗਏ ਨੇ ਕੀ ਕੁਝ ਹੋ ਰਿਹਾ ਹੈ। ਤੇ ਇਹ ਇੱਕ ਅਸੀਂ ਸਮਝਦੇ ਹਾਂ ਕਿ ਸਾਡਾ ਫਰਜ਼ ਹੈ। ਪਰ ਜੇ ਉਹਦੇ ਉੱਤੇ ਕੁਝ ਲੋਕ ਇਹ ਸੋਚਣ ਕਿ ਨਹੀਂ ਯਾਰ ਇੱਦਾਂ ਨਹੀਂ, ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਹੋ ਰਿਹਾ ਨਾ, ਤੇ ਉਹਨਾਂ ਦੀ ਸੋਚ, ਉਹਨਾਂ ਨੂੰ ਮੁਬਾਰਕ ਹੈ। ਇੱਧਰ ਲਾਈਨਾਂ ਫਲੈਸ਼ ਹੋ ਰਹੀਆਂ ਨੇ ਤੇ ਆਪਾਂ 1 ਬਾਏ 1 ਕਰਕੇ ਕਾਲ ਲੈ ਲੈਣੇ। ਹਾਂਜੀ ਵੈਲਕਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੱਟੀ ਜੀ। ਹਾਂਜੀ ਜੀ 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 ਬੱਟੀ ਜੀ, ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਜਿਹੜੇ ਆ ਅਜੇ ਵੀ ਉਹ ਰਾਜਾਸ਼ਾਹੀ 'ਚ ਜੀ ਰਹੇ ਆ? ਕਿਉਂ ਟੀਮ ਬਿਲਡਿੰਗ ਕਪੈਸਿਟੀ ਉਹਨਾਂ 'ਚ ਹੈ ਨਹੀਂ ਹੈਗੀ। ਹੁਣ ਜੇ ਕਿਤੇ ਰਹੀ ਵੀ ਹੋਊਗੀ ਮਜਬੂਰੀ, ਬਸ ਕਿਤੇ ਟੀਮ ਬਿਲਡਿੰਗ ਕਰਦੇ ਹੋਣੇ ਆ। ਸਭ ਤੋਂ ਵੱਡੀ ਕਾਂਗਰਸ ਦੀ ਕਮਜ਼ੋਰੀ ਤਾਂ ਉਹੀ ਆਈ ਆ ਕਿ ਆਪਣੇ ਆਪ ਨੂੰ ਰਾਜਾ ਸਮਝਦੇ ਰਹੇ ਤੇ ਆਪਣੇ ਮੰਤਰੀਆਂ ਸੰਤਰੀਆਂ ਤੱਕ ਨੂੰ ਵੀ ਨਹੀਂ ਇਹ ਕਹਿੰਦੇ ਆ ਟੀਚੇ ਜਾਣਦੇ ਸੀਗੇ। ਤੇ ਹੁਣ ਕਹਿੰਦੇ ਕਿ ਮੈਂ ਏਦਾਂ ਨਹੀਂ ਪਾਰਟੀ ਬਣਾਉਂਗਾ ਕਿ ਉਹਦੇ ਵਿੱਚ ਤਾਂ ਹੁਣ ਅਗਲੇ ਤਾਂ ਸਾਰੇ ਆਪਣੇ ਆਪ ਦੇ ਵਿੱਚ ਪਾਰਟੀ ਪ੍ਰਧਾਨ ਵੀ ਆਪਣੇ ਆਪ ਨੂੰ ਰਾਜੇ ਸਮਝਦੇ ਆ, ਵੀ ਇੰਨੇ ਸਾਰੇ ਰਾਜਿਆਂ ਨੂੰ ਕਿੱਦਾਂ ਇਕੱਠੇ ਕਰ ਲੈਣਗੇ ਇਹ? ਜੀ ਮਿਹਰਬਾਨੀ, ਥੈਂਕ ਯੂ ਜੀ। ਹਾਂਜੀ ਵੀਰ ਜੀ ਵੇਖੋ, ਆਪਣੇ ਸਵਾਲ ਦਾ ਤੁਸੀਂ ਆਪੇ ਸਾਨੂੰ ਜਵਾਬ ਦੇ ਦਿੱਤਾ। ਇਹ ਬਿਲਕੁਲ ਦਰੁਸਤ ਗੱਲ ਆ ਕਿ ਇਹਨਾਂ ਨੂੰ ਰਜਵਾੜਾਸ਼ਾਹੀ ਛੱਡ ਕੇ 2002 ਤੋਂ ਲੈ ਕੇ 2007 ਤੱਕ ਕੀਤਾ ਨਾ ਇਹਨਾਂ ਨੇ। ਪੰਜਾਬ ਦੇ ਗੇੜੇ ਬੜੇ ਲਾਏ, ਲੋਕਾਂ ਨੂੰ ਮਿਲੇ, ਲੋਕਾਂ ਜਾ ਕੇ ਵਿਚਰੇ, ਲੋਕਾਂ ਦੀ ਗੱਲ ਸੁਣੀ, ਲੋਕਾਂ ਨੇ ਇਹਨਾਂ ਨੂੰ ਬੜੀ ਇਹਦਾ ਮਾਣ ਕੀਤਾ ਇਹਨਾਂ ਦਾ, ਯਾਰ ਕੈਪਟਨ ਹੀ ਹੈ। ਠੀਕ ਆ, 2007 ਦੇ ਵਿੱਚ ਆਪਣੀਆਂ ਗਲਤੀਆਂ ਕਰਕੇ ਆਏ। ਜਦੋਂ ਅਸੀਂ ਘਰ ਬਹਿ ਕੇ ਜਾਂਦੇ ਜਿੱਤੇ ਸਾਨੂੰ ਕਿਹਨੇ ਹਰਾਉਣਾ? ਸਰਨੀਆਂ ਦੀ ਹਾਲਤ ਕੀ ਹੈ, 2 ਵਾਰੀ ਹਰੇ ਖੜੇ ਇਸੇ ਕਰਕੇ ਰਿਹਾ, ਉਹ ਜਿੱਤ ਕੇ ਬੈਠੇ ਜੀ ਗੱਲ, ਉਹ ਸਾਨੂੰ ਲੋਕਾਂ ਨੂੰ ਵੋਟਾਂ ਪਾ ਨਹੀਂ, ਇਹ ਤੇ ਕੁਝ ਕੀਤਾ ਸੀ, ਇਹ ਤਾਂ ਚੋਰ ਹੈਗੇ। ਜੇ ਉਹ ਮਿਹਨਤ ਕਰਦੇ ਜ਼ਰੂਰ ਜਿੱਤ ਜਾਂਦੇ। 2012 ਦੇ ਵਿੱਚ ਵੀ ਤੇ 2007 ਦੇ ਵਿੱਚ ਵੀ ਕੈਪਟਨ ਸਾਹਿਬ ਨੇ ਉਨੀ ਮਿਹਨਤ ਨਹੀਂ ਕੀਤੀ ਜਿੰਨੀ ਲੋੜ ਸੀ। ਮੈਂ ਕੈਪਟਨ ਸਾਹਿਬ ਦੇ ਖਿਲਾਫ, ਪੱਤਰਕਾਰਾਂ ਨੂੰ ਜੋ ਕੈਪਟਨ ਨੇ ਦਿੱਤਾ ਕਿਸੇ ਨਾਲ ਦੇਣਾ ਨਾ ਦਿੱਤਾ, ਇਹ ਮੈਂ ਦੱਸ ਦਿਆਂ। ਇੱਕ ਸਾਡੀ ਮੰਗ ਰਹਿ ਗਈ ਸੀ, ਉਹਨਾਂ ਮੈਨੂੰ ਕਿਹਾ ਵੀ ਸੀ ਵੀ ਇਹ ਜਾਣ ਤੋਂ ਪਹਿਲਾਂ ਤੁਹਾਡੀ ਪੂਰੀ ਕਰਾਂਗੇ, ਆਪਾਂ ਲੇਕਿਨ ਚਲੇ ਗਏ, ਕੋਈ ਗੱਲ ਨਹੀਂ, ਨਵੇਂ ਮੁੱਖ ਮੰਤਰੀ ਬਣਾਂਗੇ। ਅਸੀਂ ਕੋਈ ਖਿਲਾਫ ਮੇਰਾ ਕਹਿਣ ਤਾਂ ਵੀ ਜੇ ਚੰਗੇ ਕੰਮ ਕੀਤੇ, ਚੰਗੇ ਦੀ ਵੀ ਤਾਰੀਫ ਕਰਦੇ ਉਹਨਾਂ ਦੀ ਵੀ ਆਹ ਚੰਗੇ ਕੀਤੇ ਉਹਨਾਂ ਨੇ ਜੀ। ਚਲੋ ਲੇਕਿਨ ਇਸ ਵਾਰੀ ਮਿਲੇ ਨਹੀਂ ਕਿਸੇ ਨੂੰ, ਸਿਸਵਾ ਫਾਰਮ ਤੋਂ ਬਾਹਰ ਆਏ ਨਹੀਂ, ਜਿਹੜਾ ਬੰਦਾ ਆਪਣੇ ਦਫ਼ਤਰ ਨਹੀਂ ਦਿੰਦਾ ਬਾਕੀ ਕੀ ਕਰੂਗਾ। ਚਲੋ ਆਪਾਂ ਕਾਲ ਲੈ ਲਈਏ ਜੀ ਅਗਲੀ। ਹੈਲੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਆ ਜੀ, ਜਿੱਦਾਂ ਚੰਨੀ ਦੀ ਸਰਕਾਰ ਜਦੋਂ ਆਈ ਆ, ਇਹ ਬਹੁਤ ਜ਼ੋਰ ਨਾਲ ਇਹਨਾਂ ਨੇ ਨਸ਼ੇ ਦਾ ਮੁੱਦਾ ਇਹਨਾਂ ਨੇ ਬਹੁਤ ਜ਼ਿਆਦਾ ਸੀਗਾ ਇਹਨਾਂ ਦੇ ਏਜੰਡੇ ਤੇ। ਪਰ ਇਹ ਜਿੱਦਣ ਦੀ ਸਰਕਾਰ ਬਣੀ ਆ, ਹੌਲੀ ਹੌਲੀ ਇਹ ਮੱਧਮ ਹੀ ਹੋ ਗਿਆ ਜੀ। ਇਹ ਨਹੀਂ, ਇੱਕ ਮਿੰਟ, ਸੌਰੀ ਬੱਟੀ ਸਾਹਿਬ ਜਵਾਬ ਦੇਣ। ਨਸ਼ੇ ਦਾ ਮੁੱਦਾ ਚੰਨੀ ਹੁਣਾਂ ਦਾ ਬਹੁਤ ਘੱਟ ਬਿਆਨ ਹੈ। ਬਿਆਨ ਤੇ ਠੋਕੋ ਤਾਲੀ, ਜਿਹਨੂੰ ਨੁੱਕਰ ਤੇ ਲਾਤਾ। ਬਿਆਨ ਤੇ ਉਹ ਦਿੰਦਾ ਸੀ ਮੈਂ ਤੁਹਾਨੂੰ ਦੂੰਗਾ, ਆਹ ਕਰੂੰਗਾ, ਉਹ ਕਰੂੰਗਾ। ਉਹਨੇ ਵੇਖਿਆ ਕਿ ਹੁਣ ਮੇਰੇ ਇੱਥੋਂ ਦੇ ਖੋ ਕੇ ਸਰਟੀਫਿਕੇਟ ਵੀ ਵੇਖੇ ਜਾ ਰਹੇ ਨੇ, ਗੁੱਠੇ ਲੈਣ ਲਾਇਆ ਜਾ ਰਿਹਾ। ਸਿੱਧੂ ਹੁਣਾਂ ਦੀ, ਤੁਸੀਂ ਇਹਨਾਂ ਦੇ ਏਜੰਡੇ ਤੇ, ਨਵਜੋਤ ਸਿੱਧੂ ਹੁਣਾਂ ਦੇ ਏਜੰਡੇ ਦੀ ਗੱਲ ਕਰੋ ਤੁਸੀਂ। ਚੰਨੀ ਹੁਣਾਂ ਦਾ, ਚੰਨੀ ਸਰਕਾਰ ਦੀ ਗੱਲ ਕਰਦਾ ਜੀ, ਚੰਨੀ ਸਰਕਾਰ ਦੀ। ਚੰਨੀ ਸਰਕਾਰ ਤੇ ਬਣ ਗਈ, ਚੰਨੀ ਨੂੰ ਤੇ ਚੰਨੀ ਦੇ ਮੁੱਦੇ ਨਹੀਂ ਸੀ ਇਹ। ਨਹੀਂ, ਇਹ ਸਰਕਾਰ ਦੇ ਜਿਨ੍ਹਾਂ ਨੇ ਸਰਕਾਰ ਬਣਾਈ ਆ, ਨਸ਼ੇ ਦਾ ਮੁੱਦਾ ਜਿੱਦਾਂ ਸੀ ਇਹ ਮੱਧਮ ਹੁੰਦਾ ਜਾਂਦਾ ਦਿਨੋਂ ਦਿਨ। ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ। ਕੋਈ ਇਹਨਾਂ ਦੀ ਮਜਬੂਰੀ ਹੋ ਸਕਦੀ ਹੈ ਜਾਂ ਕਿ ਇਹ ਚਾਹੁੰਦੇ ਨਹੀਂ ਕਰਨਾ। ਹਾਂਜੀ ਚਲੋ ਚਾਵਲਾ ਸਾਹਿਬ ਪਹਿਲੇ ਦਿਨ ਚੰਨੀ ਸਾਹਿਬ ਨੇ ਕਿਹਾ ਸੀ, ਪਹਿਲੇ ਦਿਨ ਕਿ ਨਸ਼ੇ ਤੇ ਬੇਅਦਬੀ ਸਾਡੀ ਪ੍ਰਾਇਰਟੀ ਰਹੂਗੀ, ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਆ ਕੇ ਕਿਹਾ। ਹਾਂਜੀ
ਸੁਖੀ ਰੰਧਾਵਾ ਹੋਰਾਂ ਨੇ ਪਰਸੋਂ ਇੰਨੀ ਗੱਲ ਕਹੀ ਜਿਹੜੀ ਉਹ ਕਹਿੰਦੇ ਮੇਰੇ ਕੋਲ ਸਿਰਫ 38 ਦਿਨ 38 ਦਿਨ ਇਹਨਾਂ 38 ਚ ਮੈਂ ਤੁਹਾਨੂੰ ਕੁਝ ਕਰਕੇ ਵਿਖਾਊਂਗਾ। ਮੈਨੂੰ ਸਮਾਂ ਤਾਂ ਦਿਓ ਘੱਟੋ ਘੱਟ ਲੱਗੇ। ਨਸ਼ਾ ਤੇ ਵੀ ਕਰਾਂਗੇ, ਬੇਅਦਬੀ ਤੇ ਵੀ ਕਰਾਂਗੇ। ਜਿਹੜੀ ਰਾਜਵਿੰਦਰ ਸਿੰਘ ਵੈਸਰਨ ਦੀ ਨਿਯੁਕਤੀ ਹੋਈ ਉਹ ਇਸੇ ਕਰਕੇ ਕੀਤੀ ਗਈ। ਇਸ ਕਰਕੇ ਉਹਨਾਂ ਦਾ ਬਿਆਨ ਪਹਿਲੇ ਦਿਨ ਸੀ ਚੰਦੀ ਹੋਣੇ ਦਾ ਵੀ ਅਸੀਂ ਨਸ਼ਾ ਤੇ ਵੀ ਗੱਲ ਕਰਾਂਗੇ, ਲੇਕਿਨ ਇਹ ਵੀਰ ਜੀ ਕਾਨੂੰਨੀ ਪ੍ਰਕਿਰਿਆ ਜਿਹੜੀ ਹੁੰਦੀ ਉਹ ਅਡਾਪਟ ਕਰਨੀ ਪੈਂਦੀ ਜੀ। ਜੇ ਕਾਨੂੰਨੀ ਪ੍ਰਕਿਰਿਆ ਤੋਂ ਹਟ ਕੇ ਤੁਸੀਂ ਕਾਹਲੀ ਕਰੋਗੇ, ਅਗਲੇ ਨੂੰ ਬੇਲ ਮਿਲ ਜੂਗੀ, ਮੁੜ ਕੇ ਕਿਹੜੇ ਕਿੱਥੇ ਜਾਓਗੇ, ਤੁਸੀਂ ਕਿਤੇ ਨਹੀਂ ਜਾਣਾ। ਗੱਲ ਇਹ ਕਾਨੂੰਨੀ ਪ੍ਰਕਿਰਿਆ ਪੂਰੀ ਫਾਈਲ ਕੰਪਲੀਟ ਕਰਨਗੇ, ਕੋਰਟ 'ਚ ਰੱਖਣਗੇ, ਕੋਰਟ ਤੋਂ ਆਦੇਸ਼ ਲੈਣਗੇ, ਫਿਰ ਬੰਦਾ ਗ੍ਰਿਫਤਾਰ ਕਰਨਾ ਜੀ। ਪਰ ਸਾਹਿਬ ਅਗਲੀ ਕਾਲ ਲੈ ਲਈ ਆਪਾਂ। ਦੋ ਕਾਲਾਂ ਨੇ ਤੇ 1 ਬਾय 1 ਕਰਕੇ ਲੈ ਲੈਣੇ ਆ ਤਾਂ ਕਿ ਉਹਨਾਂ ਦੇ ਸਵਾਲ ਲੈ ਲਈ, ਫਿਰ ਆਪਾਂ ਜਵਾਬ ਦੇ ਦਾਂਗੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ, ਪੱਟੀ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ। ਤੁਸੀਂ ਸਵਾਲ ਛੋਟਾ ਰੱਖਿਓ ਜੀ। ਹੈਲੋ ਹਾਂਜੀ, ਸਵਾਲ ਛੋਟਾ ਰੱਖਿਓ ਪਲੀਜ਼। ਸਵਾਲ ਮੇਰਾ ਇੰਨਾ ਹੀ ਹੈ ਵੀ ਚੰਨੀ ਸਾਹਿਬ ਤਾਂ ਗੱਲ ਕੀਤੀ ਵੀ ਅੱਧੀ ਰਾਤ ਨੂੰ ਉੱਠ ਕੇ ਕੰਮ ਕਰਦਾ। ਰਾਜਾ ਵੜਿੰਗ ਨੇ ਬਾਦਲ ਦੇ ਜਿਹੜੀ ਉਹ ਸੀ ਰਾਤੋਂ ਰਾਤ ਆਫਿਸ ਢਾਹ ਦਿੱਤਾ, ਤੇ ਦੂਜੇ ਇਹਨਾਂ ਨੇ ਸੁਖਵਿੰਦਰ ਰਾਵੇ ਨੇ DGP ਦੇ ਉੱਤੇ ਮਤਲਬ ਕਰ ਦਿੱਤਾ, ਉਹ ਚੈੱਕਅਪ ਕਰਦੀ। ਹਾਂਜੀ ਲੱਗੇ ਹੋਏ ਆ। ਹਾਂ ਉਹ ਕਰ ਲਈ। ਆਗਾਜ਼ ਤੇ ਅੱਛਾ ਹੈ ਕਿ ਇਹਦਾ ਕਰਪਸ਼ਨ ਤੇ ਜਾਂ ਬਿਊਰੋਕ੍ਰੇਸੀ ਦੇ ਉੱਤੇ ਇਹਨਾਂ ਦਾ ਅਸਰ ਹੋਏਗਾ ਕਿ ਕਿੰਨੇ ਚਿਰ ਤੱਕ ਜਾਣ ਤੋਂ ਪਹਿਲਾਂ ਵਿਖਾ ਸਕਣਗੇ? ਬਹੁਤ ਵੱਡਾ ਕੁਐਸਚਨ। ਹਾਂਜੀ ਪੱਟੀ ਸਾਹਿਬ ਅਗਲੀ ਕਾਲ ਲੈ ਲਈਏ, ਫਿਰ ਆਪੇ ਤਾਂ ਜਵਾਬ ਦੇ ਦਿੰਦੇ ਆ। ਹੈਲੋ ਹਾਂਜੀ ਚਾਵਲਾ ਜੀ, ਫਿਰ ਆਇਆ ਜੀ। ਹਾਂ ਤੁਸੀਂ ਹੋਲਡ ਰੱਖ ਲਓ ਫਿਰ। ਓਕੇ ਜੀ, ਓਕੇ ਜੀ। ਹਾਂਜੀ ਪੱਟੀ ਸਾਹਿਬ, ਜਿਹੜੀ ਗੱਲ ਇਹਨਾਂ ਕਰਪਸ਼ਨ ਦੀ ਗੱਲ ਕੀਤੀ ਹੈ, ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ 4 ਘੰਟਿਆਂ ਵਿੱਚ ਨਸ਼ੇ ਦਾ ਲੱਕ ਤੋੜ ਦੂੰ, ਜੋ ਸਰਕਾਰ ਬਣੀ ਸੀ ਵਾਕਿਆ ਹੀ ਜਿੰਨੇ ਸਮਗਲਰ ਸੀ ਉਹ ਪੰਜਾਬ ਛੱਡ ਕੇ ਬਾਹਰ ਚਲੇ ਗਏ ਜੀ। ਪੁਲਿਸ ਨੇ ਕਹਿਤਾ ਸੀ ਬਾਹਰ ਚੱਲ ਜਾਓ ਤੇ ਫੜ ਲੈਣਗੇ। ਜਿਹੜੀ ਕੁੜੀ ਉਦੋਂ 1000 ਦੀ ਮਿਲਦੀ ਸੀ ਉਹ 5000 ਦੀ ਹੋ ਗਈ। ਇਸੇ ਕਰਕੇ ਕਰਪਸ਼ਨ ਤਾਂ ਰੁਕੇਗੀ, ਲੇਕਿਨ ਇਹਨੂੰ ਪੂਰੀ ਨੱਥ ਨਹੀਂ ਪੈਗੀ, ਘਟੇਗੀ ਜ਼ਰੂਰ। 10% ਤੁਸੀਂ ਕਰਪਸ਼ਨ ਨੂੰ ਰੋਕ ਹੀ ਨਹੀਂ ਸਕਦੇ। ਮੈਂ ਵੀਰ ਜੀ ਤੁਹਾਨੂੰ ਇੱਕ ਐਗਜ਼ਾਮਪਲ ਥੋੜੀ ਜਿਹੀ ਦੇਣ ਲੱਗਾ। ਸਰਦਾਰ ਕਸ਼ਮੀਰ ਸਿੰਘ ਪੱਟੀ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਹੁੰਦੇ ਸੀ। ਅਸੀਂ ਇੱਕ ਸਕੀਮ ਬਣਾਈ ਵੀ SGPC ਨੇ ਜਿਹੜਾ ਵਾ ਆਹ ਸੀਮੈਂਟ ਖਰੀਦਿਆ ਵਾ, ਮੈਂ ਕਿਹਾ 20 ਲੱਖ ਦਾ ਕਿੰਨੇ ਦਾ ਸੀ। ਅਸੀਂ ਉਹ ਕੰਪਨੀ ਕੋਲ ਗਏ ਵੀ ਤੁਸੀਂ ਇੱਕ ਕਮਿਸ਼ਨ ਦਿੱਤਾ, ਪਹਿਲਾਂ ਦੱਸਣਾ ਫਿਰ ਦੱਸਤਾ ਉਹਨਾਂ ਸਾਨੂੰ ਸਾਰਾ ਦੱਸਤਾ। ਅਸੀਂ ਕਿਹਾ ਵੀ ਤੁਸੀਂ ਕਮਿਸ਼ਨ ਜੇ ਤੁਸੀਂ ਨਾ ਦਿੰਦੇ ਫਿਰ ਕੀ ਕਰਦੇ? ਕਹਿੰਦੇ ਅਸੀਂ ਦੇਣਾ ਹੀ ਦੇਣਾ, ਜੇ ਨਾ ਦਿੰਦੇ ਅਸੀਂ ਫੁਟਕਲ ਚ ਪਾ ਦਿੰਦੇ। ਕਿਉਂਕਿ 20 ਲੱਖ ਦੇ ਵਿੱਚੋਂ 14 ਲੱਖ ਦੇ ਵਿੱਚ ਸਾਡਾ ਜਿਹੜਾ ਆਪਣਾ ਸਾਰਾ ਖਰਚਾ ਸਭ ਪੂਰਾ ਹੋ ਗਿਆ ਸੀ। 2 ਲੱਖ ਰੁਪਇਆ ਅਸੀਂ ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਵੀ ਤੁਸੀਂ ਆਪਣਾ ਸੋਸ਼ਲ ਵੈਲਫੇਅਰ ਰੱਖਣਾ, 2 ਲੱਖ ਫੁਟਕਲ ਵਾਸਤੇ ਤੇ 2 ਲੱਖ ਜਿਹਨੂੰ ਦੇਣਾ ਸੀ ਵੀ ਲੋ ਭਾਈ ਤੁਹਾਡਾ ਕਮਿਸ਼ਨ ਲੈ ਜਾਓ ਜੀ। ਜੇ ਉਹ ਨਾ ਖੜਦੇ ਵੀ ਫੁਟਕਲ ਚੱਲ ਜਾਣਾ ਸੀਗਾ। ਅਸੀਂ ਫਿਰ ਕਿਹਾ ਵੀ ਆਪਣੇ ਦੇਸ਼ ਦਾ ਕਾਨੂੰਨ ਭੁੱਖੇ ਮਾਰਨੇ ਜਾਣ, ਜੇ ਤਾਂ ਦੇਣਾ ਤਾਂ ਕੀ ਲੋੜ ਹੈ ਰੋਕੇ ਇਹਨਾਂ ਨੂੰ? ਅਸੀਂ ਉਹ ਕਰਪਸ਼ਨ ਨਹੀਂ, ਉਹ ਤੁਸੀਂ ਰੋਕ ਨਹੀਂ ਸਕਦੇ, ਕਦੀ ਵੀ ਨਾ ਰੋਕੋ ਨਹੀਂ ਰੋਕ ਸਕਦੇ। ਈਵਨ ਇੱਥੋਂ ਤੱਕ ਇੱਕ ਦਲ ਸਿੰਘ ਹੁੰਦਾ ਸੀ ਪੰਜਾਬ ਪੁਲਿਸ ਦੇ ਵਿੱਚ, ਮੁੱਖ ਮੰਤਰੀ ਗੱਲ ਸੁਣਨ ਲੱਗਾ। ਆਪਾਂ ਪਹਿਲਾਂ ਕਾਲ ਲੈ ਲਈਏ ਜੀ, ਜੇ ਲੰਬੀ ਗੱਲ ਤਾਂ ਕਾਲ ਲੈ ਲਈਏ ਪਹਿਲਾਂ। ਨਹੀਂ ਛੋਟੀ ਗੱਲ। ਮੈਂ ਨਵਾਂ ਭਰਤੀ ਹੋਇਆ ਤੇ ਮੇਰੀ ਟ੍ਰੈਫਿਕ ਡਿਊਟੀ ਲੱਗ ਗਈ ਤੇ ਬਾਦਲ ਸਾਹਿਬ ਦੀਆਂ ਬੱਸਾਂ ਚੱਲਦੀਆਂ ਸੀ ਤੇ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ 70 ਦੇ ਵਿੱਚ। ਬੜੀ ਪੁਰਾਣੀ ਗੱਲ ਦੱਸ ਦਿਓ। ਇਹਨਾਂ ਦੀ ਬੱਸਾਂ ਚੱਲਦੀਆਂ ਸੀਗੇ ਤੇ ਉਹਨਾਂ ਦੇ ਮੈਨੇਜਰ ਨੇ ਪੁੱਛਿਆ ਜੀ ਆਹ ਜਿਹੜੀ ਪੁਲਿਸ ਨੂੰ ਮਹੀਨਾ ਦਿੰਦੇ ਦਾ ਕੀ ਕਰਨਾ ਆਪਾਂ? ਉਹ ਕਹਿੰਦੇ ਵੀ ਇਹਨਾਂ ਦਾ ਲਾਭ ਜਾਰੀ ਰੱਖੋ, ਦੇ ਜਾਓ ਇਹਨਾਂ ਨੂੰ। ਅੱਛਾ। ਉਹ ਜਦੋਂ ਮੈਨੇਜਰ ਦੇਣ ਵਾਸਤੇ ਆਇਆ ਤੇ ਉਹ ਇੰਸਪੈਕਟਰ ਲਵੇ ਨਾ, ਉਹ ਕਹਿੰਦਾ ਯਾਰ ਮੈਂ ਜਿਹਦੀ ਤੂੰ ਮੁੱਖ ਤੇ ਭੇਜਿਆ ਤਾਂ ਉਹਨੇ ਕਿਹਾ ਵੀ ਦੇ ਜਾਓ ਲਾ ਕੇ ਇਹਨਾਂ ਨੂੰ, ਇਹਨਾਂ ਲਾਗ ਨਹੀਂ ਰੱਖਣਾ ਆਪਾਂ। ਦਲ ਸਿੰਘ ਜਿਹੜਾ ਮੁੜ ਕੇ ਇੰਸਪੈਕਟਰ ਰਿਟਾਇਰ ਹੋਇਆ, ਉਹਨੇ ਆਪ ਗੱਲ ਦੱਸੀ, ਕਹਿੰਦਾ ਮੇਰੇ ਸਾਹਮਣੇ ਦੀ ਗੱਲ ਆ। ਤੇ ਬਾਦਲ ਸਾਹਿਬ ਨੇ ਕਿਹਾ ਇਹ ਲਾਗ ਆ ਉਹਨਾਂ ਦਾ, ਇਹ ਲਾਗ ਨਾ ਤੁਸੀਂ ਬੰਦ ਕਰ ਸਕਦਾ, ਮੈਂ ਕਰ ਸਕਦਾ। ਹਾਂ, ਮੋਟੇ ਲੈਵਲ ਤੇ ਕਰਪਸ਼ਨ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਆ, ਉਹ ਬਹੁਤ ਜ਼ਰੂਰੀ ਆ। ਉਹ ਬੰਦ ਜਿੰਨ ਚਿਰ ਨਹੀਂ ਹੁੰਦੀ ਉਹਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਪਿਰਤੀ ਗਲਤ ਪੈ ਗਈ ਮੋਟੇ ਲੈਵਲ ਤੇ ਕਿਉਂ ਹੋਊਗੀ? ਇੱਕ ਪੰਜਾਬ ਪੁਲਿਸ ਦਾ ਜਿਹੜਾ ਸਿਪਾਹੀ ਆ ਚੌਂਕ 'ਚ ਖਲੋਤਾ ਹੋਇਆ, ਉਹ ਰਿਸ਼ਵਤ ਲੈਂਦਾ ਨਾ, ਜਿਹੜੀ ਲਾਗ ਦੀ ਤੁਸੀਂ ਗੱਲ ਕੀਤੀ ਹੈ। ਪੱਟੀ ਸਾਹਿਬ ਮਾਫ ਕਰਨਾ,
ਉਹ ਪੰਜਾਬ ਪੁਲਿਸ ਦਾ ਚੌਂਕ 'ਚ ਖਲੋਤਾ ਹੋਇਆ ਜਿਹੜਾ ਸਿਪਾਹੀ ਹੈ ਉਹਦੀ ਲਾਗ ਮੁੱਖ ਮੰਤਰੀ ਤੱਕ ਜਾਂਦੀ ਹੈ ਜਾਂਦੀ ਹੈ ਤੇ ਉਹ ਲਾਗ ਜੇ ਉਹਨੇ ਜੜ੍ਹਾਂ ਵੱਢਣੀਆਂ ਸੀ ਆਪਣੀਆਂ, ਉਹ ਤਾਂ ਜੜ੍ਹਾਂ ਡੂੰਘੀਆਂ ਕਰ ਗਿਆ। ਉਹ ਲਾਗ ਕਿੱਥੋਂ ਤੱਕ ਆ, ਉਹ ਲਾਗ ਦੀ ਲਾਗਤ ਕਿੱਥੋਂ ਤੱਕ ਪਹੁੰਚ ਗਈ। ਉਹ ਸ਼ੁਰੂ ਹੋ ਕੇ ਸਿਪਾਹੀ ਤੋਂ ਹੌਲਦਾਰ ਤੋਂ ਜਿਹੜਾ ਮੁੰਸ਼ੀ ਮਾਂ ਹੁੰਦਾ ਥਾਣੇ ਦੀ, ਉੱਤੇ ASI, ਉਦੋਂ ਬਾਅਦ ਜਿਹੜਾ ਇੰਸਪੈਕਟਰ, ਸਬ ਇੰਸਪੈਕਟਰ, ਦੂਜਾ ਤੀਜਾ DSP, SP, SSP, DGP ਤੋਂ MLA ਤੋਂ ਉਹ ਦਿੱਲੀ। ਇਸੇ ਤਰ੍ਹਾਂ ਹੀ ਤੁਹਾਡਾ ਮਾਫ ਕਰਨਾ ਜਿਹੜਾ ਆਪਣਾ ਤਹਿਸੀਲਦਾਰ, ਉਹ ਜਦੋਂ ਰਜਿਸਟਰੀ ਕਰਦਾ ਨਾ ਉਹਨੂੰ ਪੁੱਛੋ ਤੁਸੀਂ ਰਿਸ਼ਵਤ ਕੋ ਲੈਂਦੇ ਹੋ, ਕਹਿੰਦੇ ਭਾਈ ਜਦੋਂ MLA ਦਾ ਗੇੜਾ ਲੱਗਦਾ ਨਾ ਸਾਡੇ ਤੇ ਜਿਹੜੀਆਂ ਪੌਂ-ਬਾਰਾਂ ਸਾਡੀਆਂ ਹੁੰਦੀਆਂ, ਸਾਨੂੰ ਸਾਡੇ ਜਿਹੜੀ ਭਬੀਰੀਆਂ ਘੁੰਮੀਆਂ ਸਾਨੂੰ ਪੁੱਛ ਕੇ ਵੇਖੋ। ਬਿਲਕੁਲ ਠੀਕ ਹੈ ਜੀ, ਸਾਰਾ ਖਰਚਾ ਸਾਡੇ ਸਿਰ ਤੇ ਡਿੱਗਦਾ। ਇਹ ਜਿਹੜੀ ਤੁਸੀਂ ਗੱਲ ਕਹਿੰਦੇ ਨਾ ਲਾਗ ਤੇ ਛੋਟਾ ਜਿਹਾ ਲਾਗ ਹੋਵੇ ਤੇ ਹੋਵੇ ਨਾ ਮਰਾਸੀ ਨੂੰ ਲਾਗ ਦੇਣਾ, ਤੇ ਖਾਕੀ ਵਰਦੀ ਪਾਈ ਆ ਇਹਨਾਂ ਨੂੰ ਲਾਗ ਕਾਹਦਾ, ਡਿਊਟੀ ਕਰਨੀ ਉਹਨਾਂ ਨੇ, ਤੇ ਗਲਤ ਪਿਰਤੀ ਗਲਤ ਪਾਤੀ ਤੇ ਫਿਰ ਉਹਦਾ ਸਵਾਲ ਹੀ ਗਲਤ ਆ ਤੇ ਜਵਾਬ ਹੀ ਗਲਤ ਹੋਊਗਾ। ਆਪਾਂ ਬਿਲਕੁਲ ਸਵਾਲ ਅਗਲਾ ਲੈ ਲੈਣੇ। ਹਾਂਜੀ ਪ੍ਰੀਤ ਭਾਈ, ਵੈਲਕਮ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਜੀ ਆਪਣਾ ਪੱਟੀ ਸਾਹਿਬ, ਚੱਕਰ ਇਹ ਹੈ ਵੀ ਜੇ ਹੁਣ ਕੈਪਟਨ ਸਾਹਿਬ ਤੋਂ ਜਦੋਂ ਮਾੜਾ ਖਤਰਾ ਹੁੰਦਾ ਹੈ ਤਾਂ ਉਹ ਸਰਹੱਦਾਂ ਦੀ ਗੱਲ ਕਰਨ ਲੱਗ ਜਾਂਦੇ, ਪਾਕਿਸਤਾਨ ਦੀ ਗੱਲ ਕਰਨ ਲੱਗ ਜਾਂਦੇ, ਡਰੋਨਾਂ ਦੀ ਗੱਲ ਕਰਨ ਲੱਗ ਜਾਂਦੇ, ਹਨਾ ਜੀ। ਤੇ ਆਪ ਜੇ ਹੁਣ ਸਿੱਧੂ ਸਾਹਿਬ ਨੇ ਕੁਛ ਐਫਰਟ ਕੀਤਾ ਸੀ ਤੇ ਸਾਰਾ ਕੋਰਿਡੋਰ ਖੁੱਲਿਆ ਤੇ ਮਾੜਾ ਵੀ ਕੀ ਹੋਇਆ, ਤੇ ਆਪ ਰੂਸਾ ਆਲਮ ਨੂੰ ਕਦੋਂ ਆਉਂਦੇ ਆ ਉਹਦੇ ਮਹਿਲਾਂ ਦੇ ਵਿੱਚ ਰੱਖਦੇ ਆ। ਇੱਕ ਤਾਂ ਇਹਦਾ ਥੋੜਾ ਲਾਇਸੈਂਸ ਕਰ ਦਿਓ ਜੀ, ਤੇ ਦੂਸਰਾ ਇੱਕ ਆਪਣੇ ਬਾਈ ਜੀ ਕਹਿੰਦੇ ਕਿਉਂ ਬਾਰ-ਬਾਰ ਸਾਡੇ ਕੋ ਸੱਚ ਬਕਲਾਉਣਾ ਤੁਸੀਂ ਸਿੱਧੂ ਸਾਹਿਬ, ਤੁਸੀਂ ਸਿੱਧੇ ਨਹੀਂ ਹੋ, ਤੁਹਾਡੇ ਤੇ ਇੱਕ ਦੂਰੋਂ ਨੇੜੇ ਗੋਤੀ ਕਾਲੀਆਂ 'ਚ ਤੁਹਾਡੀ ਰਿਸ਼ਤੇਦਾਰੀ, ਗੁੜਕਾ ਫੜ ਕੇ ਤੁਹਾਡਾ ਜਿਹੜਾ ਮਗਰ ਖਲੋਤਾ ਮਾਸੀ ਦਾ ਪੁੱਤ ਅਸੀਂ ਦਿਖਾ ਦਿੱਤਾ, ਹੁਣ ਤੁਸੀਂ ਸਾਨੂੰ ਬਿਪਤਾ 'ਚ ਪਾਉਂਦੇ ਹੋ ਬਾਈ। ਹੈ ਪਹਿਲਾਂ ਕਹਿ ਚੁੱਕਿਆ ਜੀ ਵੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਤੇ ਸਾਡੇ ਨੇ ਖਵਾਈ ਸੀ। ਤੁਹਾਡਾ ਖਲੋਤਾ ਪਿੱਛੇ ਦਿਖਾਇਆ ਟੀਵੀ ਤੇ ਮੈਂ ਬਾਈ ਦਾ ਮਾਸੀ ਦਾ ਕਹਿ ਚੁੱਕੇ ਤੁਹਾਡੇ ਆਉਂਦੀ ਤੁਹਾਡੇ ਰਿਕਾਰਡਿੰਗ 'ਚ ਪਿਆ ਜੀ। ਚਲੋ ਐਨੀਵੇ, ਫਿਰ ਜਿਹੜੀ ਪਾਰਟੀ ਦੀ ਗੱਲ ਕਰਦੇ ਸੀਗੇ ਕੁਛ ਸੱਜਣ ਵੀ ਕੈਪਟਨ ਸਾਹਿਬ ਇਹ ਨਵੀਂ ਪਾਰਟੀ ਬਣਾ ਲੈਣੇ, ਨਿਕਲ ਕੇ ਕਾਂਗਰਸ ਨੂੰ ਬਹੁਤ ਡੈਮੇਜ ਹੋ ਜੂ। ਮੇਰੇ ਖਿਆਲ 'ਚ ਮੈਂ ਕਹਿੰਦਾ ਚੰਗੀ ਗੱਲ ਹੋਈ ਵੀ ਇਹ ਜੇ ਨਿਕਲ ਜਾਣਗੇ ਤਾਂ ਚੰਗੀ ਗੱਲ ਹੋਈ। ਪਰ ਮੈਨੂੰ ਇਹ ਲੱਗਦਾ ਹਾਲਾਂਕਿ ਸਾਡਾ ਜਿਹੜਾ ਮਾਲਵਾ ਮਹਾਰਾਜ ਏਰੀਆ, ਸਾਡਾ ਬਠਿੰਡਾ ਏਰੀਆ ਕੈਪਟਨ ਦੇ ਨਾਲ ਸੀ, ਕਿਉਂਕਿ ਜਦੋਂ ਕੈਪਟਨ ਦੇ ਪ੍ਰੋਗਰਾਮ ਕੋਈ ਵੀ ਹੁੰਦੇ ਆ, ਕੋਈ ਵਿਆਹ ਸ਼ਾਦੀ ਦੁਖਦੇ ਸੁਖਦੇ, ਤੇ ਉੱਥੇ ਪੱਟੀ ਸਾਹਿਬ ਨੂੰ ਪਤਾ ਹੋਊ ਇੱਕ ਬੈਨਰ ਬਹੁਤ ਵੱਡਾ ਲੱਗਿਆ ਹੋਇਆ ਟੈਂਟ ਦੇ ਉੱਤੇ, ਬਾਈਆ ਭਾਈਚਾਰਾ। ਪਰ ਮੈਂ ਬਾਈਏ ਵਾਲੀ ਬੋਲ ਰਿਹਾ ਜੀ, ਬਾਈਏ ਬੋਲ ਰਿਹਾ। ਮੈਨੂੰ ਇਹ ਲੱਗਦਾ ਹੈ ਵੀ ਕੈਪਟਨ ਸਾਹਿਬ ਜਿਵੇਂ ਪਹਿਲਾਂ ਵੀ ਆਪਾਂ ਇੱਕ ਦੋ ਸੱਜਣ ਕਹਿ ਗਏ ਉਹਨਾਂ ਦਿਮਾਗੀ ਤੋਂ ਖਰਾਬ ਹੋ ਗਿਆ ਲੱਗਦਾ ਹੁਣ ਏਜ ਦੇ ਮੁਤਾਬਕ, ਤੇ ਮੈਨੂੰ ਲੱਗਦਾ ਇਹਨੇ ਜਵਾਨ ਦਾ ਜ਼ਬਤ ਹੋਈ। ਇਹ ਸਿੱਧੂ ਸਾਹਿਬ ਨੂੰ ਚੈਲੰਜ ਕਰਦੇ ਆ ਨਾ, ਪਿਛਲੀ ਵਾਰੀ ਤਾਂ ਗੇਮ ਖੇਡ ਕੇ ਕਾਲੀ ਪਾਰਟੀਆਂ ਰਲ ਕੇ ਖੇਡੀ ਹੈ, ਦੋਨੇ ਪਾਰਟੀਆਂ ਰਲ ਕੇ ਆਪ ਨੂੰ ਪਿੱਛੇ ਸਿੱਟਣ ਨੂੰ ਗੇਮ ਖੇਡੀ ਗਈ। ਪਰ ਥੋੜਾ ਜਿਹਾ ਅਸਰ ਇਹ ਸੀ ਵੀ ਉਦੋਂ ਪਹਿਲਾਂ ਦੀ ਸਰਕਾਰ ਦੇ ਵਿੱਚ ਕੈਪਟਨ ਸਾਹਿਬ ਨੇ ਕੁਛ ਨਾ ਕੁਛ ਕੀਤਾ ਸੀ ਤੇ ਲੋਕੀ ਵਿਸ਼ਵਾਸ ਕਰਦੇ ਸੀਗੇ। ਪਰ ਮੈਨੂੰ ਇਹ ਲੱਗਦਾ ਜਿਵੇਂ ਸਾਡੇ ਮਾਲਵੇ ਦੇ ਵਿੱਚ, ਸਾਡੇ ਬਠਿੰਡੇ ਦੇ ਵਿੱਚ ਇਹਨਾਂ ਨੇ ਗੁਟਕਾ ਸਾਹਿਬ ਦੇ ਸਹੁੰ ਖਾ ਕੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਤੇ ਮੈਨੂੰ ਇਹ ਲੱਗਦਾ ਵੀ ਕਿਤੇ ਪਿਛਲੀ ਵਾਰੀ ਤਾਂ ਬਾਦਲ ਸਾਹਿਬ ਦੇ ਇੱਕ ਜੁੱਤੀ ਵੱਜੀ ਸੀਗੀ ਉਹਦੇ ਏਰੀਏ 'ਚ, ਤੇ ਕੈਪਟਨ ਦੇ ਜੁੱਤੀਆਂ ਤੋਂ ਵੱਜਣ ਤੋਂ ਕਿਤੇ ਗਾਹ ਨਾ ਕੰਮ ਲੰਘ ਜੇ। ਇਹਦੇ ਬਾਰੇ ਦੱਸੋ। ਅੱਛਾ, ਆਪਣੇ ਸਿੱਧੂ ਸਾਹਿਬ, ਤੁਹਾਨੂੰ ਨਹੀਂ ਲੱਗਦਾ ਪ੍ਰੀਤ ਬਾਈ ਕਿ ਜਿਹੜਾ EVM ਬਾਬਾ ਉਹ ਵੀ ਬੜੀ ਭੂਮਿਕਾ ਨਿਭਾ ਸਕਦਾ? ਕਿਉਂਕਿ ਉੱਥੇ ਜੇ ਸ਼ੱਕ ਦੇ ਦਾਇਰੇ 'ਚ ਵੀ ਆ ਨਾ ਕਿ ਕਹਿੰਦਾ ਕਿ ਬਾਏ ਹੁੱਕ ਬਾਏ ਕਰੁੱਕ ਮੈਂ ਹਰ ਥਾਂ ਦੇ ਉੱਤੇ ਵਿਰੋਧ ਕਰਾਂਗਾ, ਸਿੱਧੂ ਦਾ ਜਿੱਤਣ ਨਹੀਂ ਦੇਣਾ, ਛੋਟੇ ਸਿੱਧੂ ਨੂੰ, ਨਵਜੋਤ ਨੂੰ। ਤੇ ਕੱਲ ਭਾਵੇਂ ਕਿ ਚੰਦਪੁਰੀ ਸਾਹਿਬ ਨੇ ਖਿੱਦੋ ਖੋਲਿਆ ਸੀਗਾ ਮੇਰੀ ਦਿੱਲੀ ਦੀ ਫੇਰੀ ਦਾ ਸਾਰਾ ਕੁਝ, ਵੀ ਕੱਪੜੇ ਲੈਣ ਚੱਲੇ ਅਸੀਂ, ਕਪੂਰਥਲਾ ਹਾਊਸ ਖਾਲੀ ਕਰਨ ਚੱਲੇ ਹਾਂ, ਤੇ ਉੱਥੋਂ ਸਾਰਾ ਕੁਝ ਉਹਨਾਂ ਨੇ ਆਰਟੀਕਲ ਸਾਂਝਾ ਕੀਤਾ। ਅਗੇਨ ਅਸੀਂ ਸਾਂਝਾ ਗੱਲ ਕਰਦੇ ਕਿ ਅਸੀਂ ਵਿਰੋਧੀ ਨਹੀਂ ਹਾਂ, ਅਸੀਂ ਤੇ ਗੱਲ ਜਿਹੜੀ ਹੋਈ ਉਹਦੀ ਤੇ ਐਨਾਲਿਸਿਸ ਕਰ ਰਹੇ ਹਾਂ। ਸਾਡਾ ਸਟਾਈਲ ਵੱਖਰਾ ਹੋ ਸਕਦਾ, ਅੰਦਾਜ਼ ਵੱਖਰਾ ਹੋ ਸਕਦਾ, ਕਿਸੇ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ, ਦੈਟਸ ਅ ਡਿਫਰੈਂਟ ਸਟੋਰੀ, ਉਹਦੀ ਆਪਣੀ ਮਨਸ਼ਾ, ਉਹਦੀ ਆਪਣੀ ਸੋਚ। ਪਰ ਜਦੋਂ ਨਹੀਂ, ਇੱਕ ਮੈਨੂੰ ਫਿਰ ਖਤਮ ਕਰ ਲੈਂਦੇ ਪਾਟੀ ਸਾਹਿਬ ਨੂੰ, ਫਿਰ ਪੁੱਛਦੇ ਆ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਸ ਵਕਤ ਜਿਹੜੀ ਸਥਿਤੀ ਉੱਥੇ ਬਣੀ ਹੋਈ ਆ ਉਹ ਨਾਜ਼ੁਕ ਹੈ? ਤੇ ਜਿਵੇਂ ਕੈਪਟਨ ਸਾਹਿਬ ਦੇ ਤੁਸੀਂ ਕਿਹਾ ਕਿ ਉਹ ਮਤਲਬ ਆਖਰੀ ਦੇ ਜੁੱਤੀਆਂ ਵਾਲੀ ਗੱਲ ਤੱਕ ਤੁਸੀਂ ਆ ਗਏ ਕਿ ਉੱਥੇ ਗਏ ਤੇ ਜਿਹੜੀ ਉਹ
ਜਿਹੜੀ ਅਮਿਤ ਸ਼ਾਹ ਦੇ ਨਾਲ ਮਿਲਣੀ ਆ ਉਹਦੇ ਵਿੱਚ ਕਿਤੇ ਗੁੱਟਰ ਮੁੱਟਰ ਇਹੋ ਜਿਹੀਆਂ ਵੀ ਕੁਛ ਵੀ ਹੋ ਸਕਦਾ ਕਿ ਮੈਂ ਉਹਨੂੰ ਨਹੀਂ ਜਿੱਤਣ ਦੇਣਾ ਜਿਹਨੇ ਤੁਹਾਡੇ ਜੇਤਲੀ ਨੂੰ ਹਰਾ ਕੇ ਭੇਜਿਆ ਸੀਗਾ, ਸਾਥ ਦਿਓ ਮੇਰਾ। ਹਾਂਜੀ, ਇਹ ਵੀ ਤਾਂ ਹੋ ਸਕਦਾ ਨਾ, ਕਿਉਂ ਪੱਟੀ ਸਾਹਿਬ? ਨਹੀਂ, ਤੁਹਾਡੀ ਗੱਲ ਠੀਕ ਆ, ਉਹ ਇਸ ਗੇਮ 'ਚ ਨਹੀਂ ਪੈਣਗੇ ਜੀ। ਉਹ ਇੰਨੀ ਛੋਟੀ ਗੇਮ 'ਚ ਉਹ ਪੰਜਾਬ ਤੇ ਕਬਜ਼ਾ ਕਰਨ ਦੀ ਗੱਲ ਕਰਨਗੇ, ਇੱਕ ਛੋਟੀ ਗੇਮ 'ਚ ਨਹੀਂ ਪੈਣਗੇ। ਇਹ ਵੀ ਤਾਂ ਛੋਟੀ ਗੱਲ ਆ ਕਿ ਮੈਂ ਸਿੱਧੂ ਨੂੰ ਨਹੀਂ ਜਿੱਤਣ ਦੇਣਾ, ਹਰ ਹਾਲ 'ਚ ਹੋਣਾ, ਇਹ ਕੀ ਛੋਟੀ ਗੱਲ ਨਹੀਂ? ਜੋ ਮਰਜ਼ੀ ਕਹੀ ਜਾਣ ਜੀ। ਚਾਵਲਾ ਭਾਈ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਸੀ, ਉਹ ਸਟੇਟ ਦੀ ਗੱਲ ਕਰਦੀ। ਜੋ ਸਿੱਧੂ ਸਾਹਿਬ ਜਦੋਂ ਕੈਪਟਨ ਸਾਹਿਬ ਨੂੰ ਕਿਹਾ ਸੀ ਉਹਨਾਂ ਕਿਹਾ ਸੀ ਤੁਸੀਂ ਤੁਹਾਡੇ ਕੋਲ ਇੰਨੇ MLA 69 MLA ਲੈ ਕੇ ਆ ਜਾਓ, BJP ਜੁਆਇਨ ਕਰ ਲਓ, ਤੁਹਾਨੂੰ ਅਸੀਂ ਆਪਣਾ ਮੁੱਖ ਮੰਤਰੀ ਬਣਾਵਾਂਗੇ। ਤੇ ਕੈਪਟਨ ਸਾਹਿਬ ਨੇ ਕਹਿਤਾ ਇਹ ਨਹੀਂ ਹੋ ਸਕਦਾ। ਜਦੋਂ ਕਹਿੰਦੇ ਇਹ ਨਹੀਂ ਹੋ ਸਕਦਾ ਤਾਂ ਸਾਡੇ ਕੋਲ ਲੈਣਾ ਕੀ ਤੁਸੀਂ ਜਿਹੜਾ ਸਾਨੂੰ ਕੀ ਤੁਸੀਂ ਯਾਦ ਹੈ ਗੱਲ ਦਾ? ਨਹੀਂ ਤੇ 69 MLA ਦੀ 69 MLA ਦੀ ਵੀ ਤਾਂ ਜ਼ਮੀਰ ਜਾਗਦੀ ਆ ਨਾ, ਉਹ ਵੀ ਤਾਂ ਉਸ ਵਕਤ ਫਿਰ ਤੁਰਤ ਨਹੀਂ ਚੱਲੇ। ਮਤਲਬ ਇਹ ਤਾਂ ਇਹ ਵੀ ਗੱਲ ਤਾਂ ਹੈਗਾ ਨਾ ਵੀ 69 ਨਵੇਂ ਇੱਕ ਤੇ ਲਿਖ ਦੇਣਾ ਕਿ ਮੇਰੇ ਕੋਲ ਹੈਗਾ। ਤੇ ਹੁਣ ਤੁਸੀਂ ਦਿੱਲੀ ਆਪੇ ਤੇ ਕਹਿੰਦੇ ਕਿ ਉਹਨਾਂ ਦੀ ਜਿਹੜੀ ਉਹ ਕਰਾਈ ਗਈ ਉੱਥੇ ਪਰੇਡ, ਤੇ ਉਹਦੇ ਵਿੱਚ ਕਿੰਨੇ ਭੁਗਤੇ, ਇਹਦੇ ਵਿੱਚ ਇਹ ਵੀ ਤਾਂ ਹੈਗਾ ਨਾ ਕਿ 69 ਸਿੱਧੇ ਸਾਰੇ ਤੇ ਨਹੀਂ ਜਾਣ ਲੱਗੇ ਇਹਨਾਂ ਨਾਲ। ਮੈਂ ਤਾਂ ਉਹੀ ਗੱਲ ਨਹੀਂ ਚਾਹੁੰਦਾ ਸਾਹਿਬ, ਇਹ ਇੰਨੀ ਛੋਟੀ ਗੇਮ ਨਹੀਂ ਪੈਣਗੇ। ਜੇ ਉਹ ਪੈਣਗੇ ਤੇ ਸਰਕਾਰ ਬਦਲ ਦੀ ਗੱਲ ਕਰਨਗੇ ਕਿ ਸਾਨੂੰ ਸਰਕਾਰ ਕਿਵੇਂ ਛੁੱਟਣੀ, ਅਸੀਂ ਕਿਵੇਂ ਬੰਦੇ ਆਪਣੇ ਲਾਉਣੇ ਅਸੀਂ। ਚਲੋ ਦੇਖੋ ਕੀ ਬਣਦਾ। ਹਾਂਜੀ ਜਦੋਂ ਭਾਈ ਠੀਕ ਆ। ਜਿਹੜੀ ਗੱਲ ਮੈਂ ਗੱਲ ਕਹਿਣੀ ਚਾਹੁੰਦਾ ਸੀ ਵੀ ਮੇਰੇ ਹਿਸਾਬ 'ਚ ਨਹੀਂ ਕੋਈ ਜਾਊਗਾ ਕਿ ਮੋਸਟਲੀ ਹਰੇਕ ਬੰਦਾ ਚੜ੍ਹਦੀ ਵਾਲੇ ਪਾਸੇ ਜਾਂਦਾ, ਤੇ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ BJP ਅਕਾਲੀ ਦਾ ਤੇ ਇਹ ਜਿੱਧਰੋਂ ਜਾਂਦਾ ਕੀ ਹਾਲ ਹੋਣਾ ਹੈ। ਮੇਨ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ, ਆਪਣੇ ਨਾ ਜਦੋਂ ਕਹਿੰਦੇ ਰੱਬ ਮੱਤ ਮਾਰਦਾ, ਜਾਣੀ ਹੁਣ ਗਾਹ ਮੈਂ ਨਾ ਨੰਗਾ, ਤੇ ਆਪਣੇ ਕੈਪਟਨ ਸਾਹਿਬ ਆ ਨਾ, ਇਹਨਾਂ ਕੋਲ ਇੰਨਾ ਵਧੀਆ ਸੁਨਹਿਰੀ ਮੌਕਾ ਸੀ ਪਿਛਲੀ ਇਲੈਕਸ਼ਨ ਦੇ ਵਿੱਚ, ਕਿਹਾ ਸੀ ਇਹਨਾਂ ਨੇ ਵੀ ਮੇਰੀ ਆਖਰੀ ਟਰਮ ਹੈ, ਜੇ ਕਿਤੇ 3 ਕੰਮ ਕਰ ਜਾਂਦੇ, ਬਗਰਾੜੀ ਮੋਰਚਾ, ਨਸ਼ਿਆਂ ਦੇ ਤੇ ਰੇਤ ਮਾਫੀਆ, ਟਰਾਂਸਪੋਰਟ ਦੇ, ਇਹ ਕੰਮ ਕਰ ਜਾਂਦੇ, ਹਿਸਟਰੀ ਬਣਨੀ ਸੀ ਮਹਾਰਾਜਾ ਰਣਜੀਤ ਸਿੰਘ ਵਰਗੇ, ਤੇ ਹੁਣ ਦੂਜੇ ਪਾਸੇ ਬਣ ਗਈ ਹੈ। ਉਹ ਤੁਸੀਂ ਸਾਰੇ ਸਿਆਣੇ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ। ਹਾਂਜੀ ਪੱਟੀ ਸਾਹਿਬ, ਕਿਵੇਂ ਕਰ ਜਾਂਦੇ ਜੀ? ਗੱਲ ਤਾਂ ਫਿਰ ਤਾਂ ਮੁੱਕਦੀ ਆ ਕੇ। ਜੇ ਕੱਲ ਦਾ ਤੁਸੀਂ ਉਹ ਆਰਟੀਕਲ ਸੁਣਿਆ ਹੋਵੇ ਤੇ ਬਕਾਇਦਾ ਤੌਰ ਤੇ ਉਹਨਾਂ ਦਾ ਸਮਝੌਤਾ ਹੀ ਇਸ ਗੱਲ ਦਾ ਸੀ ਵੀ ਤੁਸੀਂ ਇਹਦੇ ਤੇ ਕੋਈ ਕੰਮ ਨਹੀਂ ਕਰਨਾ। ਹਾਂ ਬਿਲਕੁਲ। ਕਰੀਬ 10 MLA ਜਿਹੜੇ ਸੀ ਕਾਲੀਆਂ ਨੇ ਆਪ ਜਤਾਇਆ ਸੀ। ਇਹਨਾਂ ਜਿਹੜਾ ਮੇਰਾ ਇੱਕ ਐਸਟੀਮੇਟ ਸੀਗਾ, ਮੈਂ ਲਾਇਆ ਸੀ 60 ਤੋਂ ਲੈ ਕੇ ਤੇ 65 ਤੱਕ MLA ਚੰਗੇ ਇਹਨਾਂ ਦੇ, ਇਹ 70 ਜਿੱਤੇ ਇਹਨਾਂ ਦੇ। ਨਹੀਂ ਤੇ ਮੇਰੀ ਫੇਸਬੁੱਕ ਤੁਸੀਂ ਜਿਹੜੀ ਆ 2017 ਤੋਂ ਪਹਿਲਾਂ ਦੀ ਖੋਲ ਕੇ ਵੇਖ ਲਓ, ਲੋਕੀ ਮੈਨੂੰ ਕੋਈ ਗਾਲਾਂ ਵੀ ਕੱਢਦੇ ਸੀ ਕਿ ਉੱਥੇ ਤੇ ਬਾਣੀ ਸਰਕਾਰ ਆਪਣੇ ਆਮ ਦੀ, ਤੁਸੀਂ ਕੀ ਕਹੀ ਜਾਂਦੇ ਹੋ? ਮੈਂ ਕਿਹਾ ਜੀ ਮੈਂ ਠੀਕ ਕਹਿ ਰਿਹਾ ਜੋ ਮੇਰਾ ਆਪਣਾ ਅਨਾਲਿਸਿਸ। ਜਿਹੜੀ ਗੱਲ ਤੁਸੀਂ ਕੀਤੀ ਵੀਰ ਜੀ, ਅੱਜ ਦੀ ਡੇਟ ਦੇ ਵਿੱਚ 6 ਮੰਤਰੀ ਜਿਹੜੇ ਮਾਝੇ ਦੇ ਨੇ, ਇਕੱਲੇ 6 ਮੰਤਰੀ। ਹੋਮ ਮਿਨਿਸਟਰੀ ਵੀ ਮਾਝੇ ਦੇ ਕੋਲ ਹੈ, ਉਹ ਕਿਉਂ ਦਿੱਤੀ ਗਈ ਹੈ? 3 ਮੰਤਰੀ ਜਿਹੜੇ ਦੁਆਬੇ ਦੇ ਤੇ 8 ਮੰਤਰੀ ਮਾਲਵੇ ਦੇ। ਜਿਹੜਾ ਮੁੱਖ ਮੰਤਰੀ ਦਾ ਫੈਸਲਾ ਕਰਨਾ, ਅਗਲੀ ਸਰਕਾਰ ਦਾ ਫੈਸਲਾ ਕਰਨਾ, ਪਿਛਲਾ ਇਤਿਹਾਸ ਫਰੋਲ ਕੇ ਵੇਖ ਲਓ, ਮਾਝਾ ਹੀ ਕਰਦਾ ਜੀ। ਤੇ ਪੰਜਾਬ ਕਾਂਗਰਸ ਪ੍ਰਧਾਨ ਵੀ ਤੇ ਮਾਝੇ ਦੇ ਕੋਲ ਹੀ ਆ, ਮਾਲਵੇ ਤੇ ਮਾਝੇ ਕੋਲ। ਜੀ ਹੁਣ ਜਿਹੜਾ ਮਾਲਵਾ ਤੇ ਦੁਆਬਾ ਵਾ, ਇਹ ਲਗਭਗ 50-50 ਹੋ ਜਾਂਦਾ, ਕੋਈ 19 ਦੀ ਗੇਮ ਜਿਹੜੀ ਹੋ ਜਾਂਦੀ ਆ। ਜੀ ਮਾਝੇ ਨੇ ਆ ਕੇ ਫੈਸਲਾ ਕਰਨਾ ਹੁੰਦਾ। ਮੈਂ ਤੁਹਾਨੂੰ ਇੱਕ ਆਪਣੀ ਗੱਲ ਦੱਸਣ ਲੱਗਾ। 2007 ਦੇ ਵਿੱਚ ਜਦੋਂ ਇਹ ਜਿੱਤੇ ਨੇ, ਮਾਰਚ ਦੇ ਵਿੱਚ ਸਰਕਾਰ ਬਣੀ ਆ ਬਾਲ ਸਾਹਿਬ ਦੀ, ਮੇਰੇ ਕੋਲ 16 ਮਾਰਚ ਨੂੰ ਸਰਕਾਰ ਬਣੀ ਸੀ। ਸਰਕਾਰ ਬਣ ਤੋਂ ਸਾਡਾ ਕਿ ਪੱਤਰਕਾਰ ਦਾ ਫੰਕਸ਼ਨ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਸੀ। ਜਦੋਂ ਉੱਥੇ ਅਸੀਂ ਗਏ ਤੇ ਉਹਨਾਂ ਨੇ ਕੀ ਕੀਤਾ ਸੀ, ਪੱਤਰਕਾਰ ਨੂੰ ਕਿਹਾ ਸੀ ਫਲਾਣੇ ਨੂੰ ਸਨਮਾਨਿਤ ਕਰੋ, ਢੀਂਗੜੇ ਨੂੰ ਸਨਮਾਨਿਤ ਕਰੋ। ਸਾਰਾ ਪੰਜਾਬ ਚ ਘੁੰਮੇ, ਸਾਰੇ ਪੱਤਰਕਾਰ ਤਾਂ ਜਾਣਦੇ ਆ। ਮੈਂ ਤੁਹਾਨੂੰ ਵਿਕਰਮ ਮਜੀਠੀਆ ਦੀ ਗੱਲ ਦੱਸਣ ਲੱਗਾ ਵਾ, ਮਤਲਬ ਉਹਨੂੰ ਕਿੰਨਾ ਮਾਣ ਮਾਝੇ ਤੇ। ਉਹਨੇ ਜਵਾਨ ਨੇ ਜਦੋਂ ਮੇਰਾ ਨਾਂ ਨੇ ਤੇ ਬੜੀਆਂ ਤਾੜੀਆਂ ਵੱਜੀਆਂ ਉੱਥੇ। ਮੈਂ ਜਾ ਕੇ ਗਿਆ ਤੇ ਉਹ ਬਾਦਲ ਸਾਹਿਬ ਬੈਠੇ ਸੀ ਤੇ ਉਹਨੇ ਮਾਈਕ ਖੋਹ ਕੇ ਬਕਾਇਦਾ ਤੌਰ ਤੇ ਵਿਕਰਮ ਮਜੀਠੀਆ ਉੱਠ ਕੇ ਕਹਿੰਦਾ ਵੀ ਵੇਖੋ ਬਾਦਲ ਸਾਹਿਬ, ਅੱਜ ਤੱਕ ਤੁਹਾਡੀ ਸਰਕਾਰ ਜਿੰਨੀ ਵਾਰੀ ਬਣੀ ਹੈ ਮਾਝੇ ਤੇ ਬਣਾਈ ਹੈ, ਐਤਕੀ ਮਾਝੇ ਤੇ ਬਣਾਈ ਹੈ। ਇਹ ਵੀ ਸਾਡਾ ਮਾਝੇ ਦਾ ਏਜੰਡਾ ਹੈ ਜੀ। ਬਾਦਲ ਸਾਹਿਬ ਉੱਠ ਕੇ ਜੱਫੀ ਪਾ ਕੇ ਮਿਲੇ ਬੰਦੇ। ਮੇਰਾ ਮਤਲਬ ਮਾਝੇ ਨੇ ਫੈਸਲਾ ਕਰਨਾ। ਅੱਜ ਦੀ ਡੇਟ ਦੇ ਵਿੱਚ ਵੀ 5 ਦੇ ਵਿੱਚੋਂ 23 ਸੀਟਾਂ ਮਾਝੇ ਦੇ ਵਿੱਚੋਂ ਕਾਂਗਰਸ ਦੇ ਕੋਲ ਨੇ। ਜੇ ਇਹ ਵੱਟ ਬਣੀ ਰਹੀ ਤੇ ਫਿਰ ਕਾਂਗਰਸ ਦੀ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ ਜੀ। ਤੇ ਜੇ 50-50 ਹੋ ਗਈਆਂ ਤੇ ਫਿਰ ਕਿਹਦੀ ਸਰਕਾਰ ਬਣਦੀ, ਉਹ ਸਮਾਂ ਦੱਸੂਗਾ ਜੀ। ਚਲੋ ਜੀ,
ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਦੇ ਲਈ, ਤੇ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਇੱਕ ਵਾਰੀ ਫਿਰ ਤੋਂ ਸਮੇਂ ਦੇ ਵਿੱਚ ਵਾਧਾ ਹੋਇਆ। ਇੱਕ ਆਪਾਂ ਰਾਜਵਿੰਦਰ ਸਿੰਘ ਦੀ ਗੱਲ ਕਰਨੀ ਚਾਹੁੰਦੇ ਸੀ ਜੀ। ਉਹ ਮੇਰੇ ਖਿਆਲ 'ਚ ਅਸੀਂ ਪੱਟੀ ਸਾਹਿਬ ਸੌਰੀ 2 ਵਾਰੀ ਕਰ ਲਈ ਆ, ਤੇ ਤੁਸੀਂ ਇੱਕ ਅੱਧੇ ਮਿੰਟ ਦੇ ਵਿੱਚ ਉਹਦਾ ਕੋਈ ਨਜ਼ਰੀਆ ਦੇਣਾ ਚਾਹੁੰਦੇ ਹੋ ਜਾਂ ਕਾਲ ਲੈ ਲਈਏ? ਫਿਰ ਚਲੋ ਲਾਉਣੀ ਆ ਤੇ ਲਾ ਲਓ, ਫਿਰ ਓਵਰ ਟਾਈਮ ਕਿਹੜੀ ਗੱਲ ਆ, ਹੁਣ 10 ਮਿੰਟ ਹੋਰ ਲਾ ਲੈਣੇ। ਫਿਰ ਪਹਿਲਾਂ ਤੁਸੀਂ ਰਾਜਵਿੰਦਰ ਸਾਹਿਬ ਦੀ ਵੀ ਕਰ ਲਓ ਗੱਲ, ਤੇ ਕਾਲਰ ਲੈ ਲੈਣੇ ਪਹਿਲਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਚਾਵਲਾ ਭਾਈ ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਚਾਵਲਾ ਭਾਈ ਕਮਲਜੀਤ ਬੋਲਦਾ। ਕਮਲ ਭਾਈ ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ। ਕਮਲ ਜੀ ਵਧੀਆ ਜੀ, ਮਾਝੇ ਵਾਲੇ ਇਕੱਠੇ ਹੋ ਗਏ ਆ। ਹਾਂ ਵਧੀਆ ਵਧੀਆ। ਐਕਚੁਅਲੀ ਮੈਨੂੰ 4 ਘੰਟੇ ਤੇ 15 ਮਿੰਟ ਹੋ ਗਏ ਨੇ ਲਗਾਤਾਰ ਕੰਟੀਨਿਊ ਬੈਠੇ ਨੂੰ, ਤੇ ਮੇਰਾ ਟੈਕਨੀਸ਼ੀਅਨ ਵੀ ਆਦਾ ਹੁੰਦਾ, ਅੰਕਲ ਬ੍ਰੇਕ ਨਹੀਂ ਲੈਂਦੇ ਤੁਸੀਂ? ਤੇ ਬ੍ਰੇਕ ਸਿਰਫ 30 ਸੈਕਿੰਡ ਦੀ ਹੁੰਦੀ ਜਦੋਂ ਮੈਂ ਖੜਾ ਹੋ ਜਾਵਾਂ, ਤੇ ਕਿਉਂਕਿ ਆਪਰੇਟ ਇੱਧਰਲੇ ਪਾਸਿਓਂ ਟੈਕਨੀਸ਼ੀਅਨ ਨੇ ਉੱਧਰੋਂ ਕਰਨਾ ਟੀਵੀ ਨੂੰ, ਤੇ ਮੈਂ ਇੱਧਰੋਂ ਰੇਡੀਓ ਨੂੰ ਆਪਰੇਟ ਕਰਨਾ, ਕਿਉਂਕਿ 2 in 1 ਚੱਲਦਾ ਨਾ ਸਾਡਾ। ਤੋ ਕਾਲਾਂ ਵੀ ਅਟੈਂਡ ਕਰਨੀਆਂ, ਕਾਲਾਂ ਵੀ ਅਟੈਂਡ ਕਰਨ ਦੇ ਨਾਲ ਐਕਟਿਵ ਵੀ ਰਹਿਣਾ, ਤੇ ਇੱਧਰ ਕੰਸੋਲ ਵੀ ਆਪ ਹੀ ਹੈਂਡਲ ਕਰਨਾ। ਜੇ ਕੋਈ ਪੁੱਠੀ ਸਿੱਧੀ ਗੱਲ ਕਰੇ ਤੁਹਾਨੂੰ ਕੱਟਣਾ ਵੀ ਆਵੇ। ਇਸ ਕਰਕੇ ਪੱਟੀ ਸਾਹਿਬ ਮੈਂ ਕਹਿ ਰਿਹਾ ਸੀਗਾ ਵੀ 4.25 ਘੰਟੇ ਹੋ ਗਏ ਨੇ, ਉਦੋਂ ਪਹਿਲਾਂ 3 ਘੰਟੇ ਖਬਰਾਂ ਬਣਾਉਣ ਤੇ ਵੀ ਲੱਗਦੇ ਆ, ਪ੍ਰੋਗਰਾਮ ਤਿਆਰ ਕਰਨ ਨੂੰ ਵੀ। ਸੋ ਸਾਡੇ ਸੋਤੇ ਨਾ ਸੋਚਣ ਕਿ ਲਾ ਕੇ ਟਾਈ ਬਹਿ ਜਾਂਦੇ ਆ, ਨਾ ਹਵਾ 'ਚ ਨਹੀਂ ਗੱਲਾਂ ਹੁੰਦੀਆਂ। ਚਾਵਲਾ ਭਾਜੀ ਸਪੈਸ਼ਲ ਐਨਰਜੀ ਡਰਿੰਕ ਕਰ ਦਿੰਦੇ ਤੁਹਾਨੂੰ। ਨਹੀਂ ਹੁਣ ਤੇ ਬਣਦੀ ਆ ਆਪਣੇ ਕਮਲ ਬਾਈ, ਹੁਣ ਤਾਂ ਬਣਦੀ ਹੈ ਯਾਰ, ਹੁਣ ਤਾਂ ਪਾਰਟੀ ਵੀ ਬਣਦੀ। ਆਪਾਂ ਟਾਈਮ ਦੇ ਵਿੱਚ ਵਾਧਾ ਕੀਤਾ, ਟਾਈਮ 'ਚ ਵਾਧਾ ਕੀਤਾ। ਹਾਂਜੀ ਮੈਂ ਤਾਂ ਤੁਹਾਨੂੰ ਦੱਸਿਆ ਵੀ ਬਹੁਤ ਬਹੁਤ ਪਹਿਲਾਂ ਤਾਂ ਵਧਾਈ, ਟਾਈਮ ਦੇ ਵਾਧੇ ਵਾਲੀ ਵੀ ਬਹੁਤ ਬਹੁਤ ਥੈਂਕ ਯੂ। ਪੱਟੀ ਸਾਹਿਬ ਦੀ ਹੁਣ ਜੋਬ ਵੱਧ ਜਾਣੀ ਹੈ ਨਾ। ਹਾਂ ਉਹ ਤਾਂ ਸਵੇਰੇ ਤੇ ਵਧਾਉਣੀ। ਕੋਈ ਗੱਲ ਨਹੀਂ ਆਪਾਂ ਹਾਜ਼ਰ ਹਾਂ। ਪੱਟੀ ਭਾਜੀ ਮੇਰਾ ਇੱਕ ਸਵਾਲ ਸੀਗਾ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵਗੈਰਾ ਕਦੋਂ ਹੋਣੀਆਂ, ਤੇ ਕੋਈ ਵੋਟਾਂ ਵਾਟਾਂ ਬਣਾਉਣ ਦਾ ਸਿਲਸਿਲਾ ਚੱਲ ਰਿਹਾ ਪਿੰਡਾਂ 'ਚ ਕਿ ਨਹੀਂ, ਕਿ ਜਾਂ ਲੋਕਾਂ ਦਾ ਧਿਆਨ ਹੈ ਨਹੀਂ ਇਸ ਕੰਮ ਵੱਲ? वाहेगुरु वाहेगुरु, वो आएंगे तो वोट डाल के जाएंगे, हमें तो सरदार जी ने भेजा था। ਤੇ ਨਾਲੇ ਕ੍ਰਾਈਟੇਰੀਆ ਕੀ ਹੈ, ਜਿਹੜੀ ਵੋਟ ਬਣਾਉਂਦੇ ਹੋ ਕਿਵੇਂ ਬਣਾਉਂਦੇ ਨੇ ਜੀ? ਮੈਂ ਦੱਸਦਾ ਜਿਹੜੀ ਸ਼੍ਰੋਮਣੀ ਕਮੇਟੀ ਦੀ ਗੱਲ ਤੁਸੀਂ ਕੀਤੀ ਆ, ਜੇ ਐਸ ਸਾਰੋ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਲਾਏ, ਉਹਨਾਂ ਨੂੰ ਸਟਾਫ ਹੀ ਪੂਰਾ ਨਹੀਂ ਮਿਲਿਆ ਅਜੇ ਤੱਕ। ਆਹੋ ਉਹਨਾਂ ਨੂੰ ਸਟਾਫ ਪੂਰਾ ਮਿਲਣ ਤੋਂ ਬਾਅਦ ਘੱਟੋ ਘੱਟ 6 ਤੋਂ ਲੈ ਕੇ 8 ਮਹੀਨੇ ਵੋਟਾਂ ਬਣਾਉਣ ਤੇ ਬਾਕੀ ਸਾਰੀ ਪ੍ਰਕਿਰਿਆ ਪੂਰੀ ਤੱਕ ਲੱਗਣਾ। 6 ਮਹੀਨੇ ਬਾਅਦ ਉਹ ਕਹਿਣਗੇ ਜੀ ਅਸੀਂ ਵੋਟਾਂ ਆਪਣੀ ਤਿਆਰ ਕਰ ਲਈਆਂ, ਸਭ ਕੁਝ ਤਿਆਰ ਕਰ ਲਾ, ਅਸੀਂ ਤਿਆਰ ਆ। ਫਿਰ ਪਤਾ ਨਹੀਂ ਸਰਕਾਰ ਇਜਾਜ਼ਤ ਦਿੰਦੀ ਹੈ ਕਿ ਨਹੀਂ ਦਿੰਦੀ, ਉਹ ਸਰਕਾਰ ਤੇ ਡਿਪੈਂਡ ਕਰਦਾ ਸੀ। ਤੇ ਸਰਕਾਰ ਲਿਖ ਕੇ ਦੇਣ ਦੀ ਕਿ ਜੇ ਹਾਲਾਤ ਠੀਕ ਨਹੀਂ ਹੈਗੇ ਜੀ ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ, ਸਾਡੇ ਕੋਲ ਪ੍ਰਬੰਧ ਨਹੀਂ ਹੈਗੇ। ਪਰ ਸਾਨੂੰ ਉਮੀਦ ਆ ਕਿ ਸ਼ਾਇਦ ਅਗਲੇ ਸਾਲ ਦੇ ਵਿੱਚ ਇਲੈਕਸ਼ਨ ਹੋ ਜਾਵੇ। ਜੇ ਕਾਂਗਰਸ ਸਰਕਾਰ ਦੁਬਾਰਾ ਬਣਦੀ ਹੈ, ਸ਼ਾਇਦ ਅਗਲੇ ਸਾਲ 'ਚ ਇਲੈਕਸ਼ਨ ਹੋ ਜਾਵੇ ਜੀ, ਕਿਉਂ ਉਹਨਾਂ ਆਪਣਾ ਚਾਰਜ ਲੈ ਲਿਆ ਵਾ। ਐਸੇ ਸਾਰੇ ਜਿਹੜੇ ਚੇਅਰਮੈਨ ਬੈਠ ਕੇ ਨੇ ਆਪਣੇ 17 ਸੈਕਟਰ ਦੇ ਵਿੱਚ, ਲੇਕਿਨ ਪੂਰਾ ਅਜੇ ਸਟਾਫ ਨਹੀਂ ਮਿਲਿਆ, ਪੂਰਾ ਅਜੇ ਇਨਫਰਾਸਟ੍ਰਕਚਰ ਨਹੀਂ ਮਿਲਿਆ। ਜਿਹੜੀ ਤੁਸੀਂ ਵੋਟਾਂ ਦੀ ਗੱਲ ਕੀਤੀ, ਮੈਂ ਤੁਹਾਨੂੰ ਦੱਸ ਦਿਆਂ, ਅੱਗੇ ਵੀ ਕਈ ਵਾਰੀ ਦੱਸੀ, ਮੈਂ ਦੱਸ ਦਿੰਦਾ। ਸ਼੍ਰੋਮਣੀ ਕਮੇਟੀ ਦੇ ਵਿੱਚ ਬਕਾਇਦਾ ਤੌਰ ਤੇ ਵੋਟ ਤੁਹਾਨੂੰ ਆਪਣੀ ਆਪ ਜਾ ਕੇ ਬਣਾਉਣੀ ਪੈਂਦੀ ਹੈ। ਤੁਹਾਡੇ ਕੋਲ ਨਾ ਕੋਈ BLO ਘਰ ਆਉਂਦਾ, ਨਾ ਕੋਈ ਸਰਕਾਰੀ ਅਧਿਕਾਰੀ ਹੁੰਦਾ। ਤੁਸੀਂ ਬਕਾਇਦਾ ਤੌਰ ਤੇ ਫਾਰਮ ਲਓਗੇ ਪਟਵਾਰੀ ਕੋਲੋਂ, ਤੇ ਲਿਖਿਆ ਹੁੰਦਾ ਬਕਾਇਦਾ ਤੌਰ ਤੇ ਵੀ ਮੇਰਾ ਨਾਂ ਫਲਾਣਾ, ਮੇਰੇ ਪਿਤਾ ਨਾਂ ਫਲਾਣਾ, ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਯਕੀਨ ਰੱਖਦਾ, ਮੈਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਇਹ ਸਭ ਲਿਖਿਆ ਹੁੰਦਾ ਦੈਟਸ ਇਟ। ਥੱਲੇ ਤੁਹਾਡੇ ਸਾਈਨ ਹੁੰਦੇ ਆ, ਮੈਂ ਕੋਈ ਨਸ਼ਾ ਨਹੀਂ ਕਰਦਾ, ਸਭ ਕੁਝ ਲਿਖਿਆ ਹੁੰਦਾ। ਉਹ ਫਾਰਮ ਭਰ ਕੇ ਤੁਸੀਂ ਪਟਵਾਰੀ ਨੂੰ ਦਿੰਦੇ ਹੋ, ਤੇ ਪਟਵਾਰੀ ਫਿਰ ਤੁਹਾਡੀ ਵੋਟ ਬਣਾਉਂਦਾ। ਉੱਤੇ ਡਿਪੈਂਡ ਕਰਦਾ ਤੁਹਾਡੀ ਬਣਾਉਂਦਾ ਕਿ ਨਹੀਂ ਬਣਾਉਂਦਾ। ਹਾਂ ਪਿੱਛੇ ਜੇ ਰੌਲਾ ਨਹੀਂ ਪਿਆ ਪਟਵਾਰੀਆਂ ਨੇ ਕਿਹਨਾਂ ਦੀਆਂ ਬਣਾਈਆਂ, ਕਿਹਨਾਂ ਦੀ ਨਹੀਂ ਬਣਾਈਆਂ। ਜੀ 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 ਜੀ, ਇਸ ਕਰਕੇ ਵੋਟ ਪ੍ਰਕਿਰਿਆ ਥੋੜੀ ਗੁੰਝਲਦਾਰ ਆ, ਉਹਦੇ ਬਾਰੇ ਲੋਕਾਂ ਨੂੰ ਵੇਰਾ ਹੋਣਾ ਪਊਗਾ, ਉਹਨੂੰ ਕਰਨਾ ਪਊਗਾ ਕੁਛ ਨਾ ਕੁਛ ਜੀ। ਜਿਹੜੀ ਦੂਸਰੀ ਗੱਲ ਕਰਨ ਲੱਗੇ ਪੱਟੀ ਸਾਹਿਬ, ਇੱਕ ਮਿੰਟ ਪੱਟੀ ਸਾਹਿਬ ਹਾਂਜੀ ਗਿੱਲ ਬਾਈ ਜੀ। ਹਾਂਜੀ ਮੈਂ ਪੱਟੀ ਸਾਹਿਬ ਕਹਿੰਦੇ ਜਿਹੜੇ ਆਪਣਾ ਜਥੇਦਾਰ ਰਣਜੀਤ ਸਿੰਘ ਨੇ, ਜਿਹੜੇ ਆਪਣਾ ਕਿ ਉਹ ਇਸ ਵੇਲੇ ਨਹੀਂ ਲੋਕਾਂ ਨੂੰ ਜਾ ਕੇ ਮਤਲਬ ਵੋਟਾਂ ਪਾਉਣ ਵਾਸਤੇ ਕਹਿ ਰਹੇ, ਜਾਂ ਕਿੱਦਾਂ ਵੀ ਜਿਹਨੇ ਆਂਦੇ ਵੀ ਅਸੀਂ ਕਿ ਹੁਣ ਗਾਂ ਇਹਨਾਂ ਦੇ ਕੋਲੋਂ ਖੋਵਾਂਗੇ, ਬਾਦਲਾਂ ਦੇ ਕੋਲੋਂ ਅਸੀਂ ਸ਼੍ਰੋਮਣੀ ਆਪਣਾ ਵੀ ਪ੍ਰਬੰਧ ਸਾਰਾ, ਤੇ ਉਹ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਨਹੀਂ ਅਵੇਅਰ ਕਰ ਰਹੇ। ਉਹਨਾਂ ਕਰਨਾ ਚਾਹੀਦਾ। ਵੈਸੇ ਕੰਮ ਹੈ ਧਰਮ ਪ੍ਰਚਾਰ ਕਮੇਟੀ ਦਾ, ਜਿਹੜੀ ਲੋਕਾਂ ਗੁਰਦੁਆਰਾ ਦੀ ਤਨਖਾਹਾਂ ਲੈਂਦੀ ਹੈ, ਗੱਡੀਆਂ ਲੈਂਦੀ ਹੈ, ਪਿੰਡਾਂ 'ਚ ਪ੍ਰਚਾਰ ਕਰਨਾ ਹੁੰਦਾ ਉਹਨਾਂ ਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਜੀ, ਸਿਆਸਤ 'ਚ ਹੁੰਦਾ ਵੀ ਜੇ ਕਿਸੇ ਨੂੰ ਲੀਡਰ ਬਣਾ ਤਾਂ ਉਹਦੇ ਖਿਲਾਫ ਬੋਲੀ ਜਾ, ਜੇ ਉਹਨੂੰ ਇਗਨੋਰ ਕਰੋਗੇ ਤਾਂ ਆਪੇ ਜ਼ੀਰੋ ਹੋ ਜੂ। ਭਾਈ ਰਣਜੀਤ ਸਿੰਘ ਸਿਆਸਤਦਾਨ ਨਹੀਂ, ਉਹ ਜਾਂਦੇ ਨੇ ਪਿੰਡਾਂ ਦੇ ਵਿੱਚ, ਜਿੱਥੇ ਜਾਂਦੇ ਨੇ ਬਾਦਲਾਂ ਤਵਾ ਲਾਉਂਦੇ ਆ।
ਤੁਸੀਂ ਆਪਣੀ ਗੱਲ ਕਰੋ, ਤੁਹਾਡਾ ਰੱਦਾ ਕੀ, ਤੁਸੀਂ ਇਲੈਕਸ਼ਨ ਕਰਕੇ ਕੀ ਚਾਹੁੰਦੇ, ਕਿਵੇਂ ਕਰੋਗੇ ਤੁਸੀਂ, ਬਹੁਤ ਸੋਹਣੀ ਗੱਲ ਕਿਵੇਂ ਕਰੋਗੇ, ਬਹੁਤ ਸੋਹਣੀ ਗੱਲ ਕਰੋ ਤੁਸੀਂ ਆਪਣੀ। ਲਓ ਦੋਸਤੋ, ਮੈਂ ਇੱਕ ਹੋਰ ਕਲੀਅਰ ਕਰਦਾ ਕਿ ਪੱਟੀ ਸਾਹਿਬ ਨੇ ਇੱਕ ਬਹੁਤ ਵੱਡਾ ਗਰਮ ਲੋਹੇ ਤੇ ਥੋੜਾ ਮਾਰਿਆ, ਤੇ ਇਹ ਵੀ ਹੈ ਕਿ ਭਾਈ ਰਣਜੀਤ ਸਿੰਘ ਨੂੰ ਕ੍ਰਿਟੀਸਾਈਜ਼ ਕੀਤਾ ਇੱਕ ਸ਼ਬਦ ਦੇ ਵਿੱਚ ਕਿ ਭਾਈ ਰਣਜੀਤ ਸਿੰਘ ਜਿੱਥੇ ਜਾਂਦੇ ਨੇ ਤੇ ਬਾਦਲਾਂ ਦੀ ਉਹ ਵਿਰੋਧਤਾ ਕਰਦੇ ਨੇ। ਆਈ ਡੋਂਟ ਨੋ ਵਾਈ। ਪੱਟੀ ਸਾਹਿਬ ਨੇ ਇੱਕ 100 ਸੁਨਾਰ ਦੀ ਇੱਕ ਲੋਹਾਰ ਦੀ ਗੱਲ ਕਰ ਦਿੱਤੀ ਹੈ ਕਿ ਤੁਸੀਂ ਆਪਣਾ ਰੋਣਾ ਰਹੋ, ਤੁਸੀਂ ਉਹਨਾਂ ਨੂੰ ਕਿਉਂ ਬਦਨਾਮ ਕਰਦੇ ਹੋ। ਤੇ ਪੱਟੀ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰਾਂ ਚੋਂ ਨੇ ਤੇ ਕਿਸੇ ਨੇ ਵੀ ਕਟਿੰਗ ਭੇਜ ਦੇਣੀ ਆ ਦੇਖੋ ਤੁਹਾਡੇ ਖਿਲਾਫ ਕੀ ਬੋਲਦੇ ਜੇ। ਅਸੀਂ ਇਸ ਚੀਜ਼ ਦੀ ਮੈਂ ਦਾਤ ਦਿੰਦਾ ਆਪਣੀ ਟੀਮ ਦੀ ਵੀ, ਆਪਣੀ ਆਪ ਤੇ ਮੈਂ ਮਹਿਸੂਸ ਕਰਦੇ ਆ ਕਿ ਅਸੀਂ ਤੁਹਾਡੇ ਅੱਗੇ ਮਿੱਤਰ ਬਣਾਏ ਨੇ। ਕਮਲ ਜੀ, ਪ੍ਰੀਤ ਬਾਈ ਸੁਣਦੇ ਪਏ ਨੇ, ਤੁਸੀਂ ਵੀ ਤੇ ਮੇਰੇ ਦੋਸਤਾਂ ਦੇ ਵਿੱਚ ਸਰੋਤੇ ਬਣ ਕੇ ਹੀ ਮੇਰੇ ਪਰਿਵਾਰ ਦੇ ਮੈਂਬਰ ਬਣੇ ਹੋ ਨਾ ਦੁੱਖ ਸੁੱਖ ਦੇ ਵਿੱਚ। ਤੇ 20ਵੀਂ ਯੂਨੀਵਰਸਿਟੀ ਤੇ ਤੁਹਾਡੇ ਮਾਤਾ ਜੀ ਨੇ ਮੈਨੂੰ ਜੋ ਦਿੱਤਾ ਸੀਗਾ ਉਹ ਇੱਕ ਲਿਫਾਫਾ, ਉਹ ਮੈਂ ਉਦੋਂ ਖੋਲ੍ਹਿਆ ਸੀ ਜਿੱਦਣ ਆਪਾਂ ਗਿਫਟ ਦੇਣੇ ਸੀ ਤੇ ਕਿੰਨੇ ਸਾਲਾਂ ਬਾਅਦ। ਸੋ ਇਹ ਤੁਸੀਂ ਵੀ ਉਸ ਦੇ ਵਿੱਚ ਹੀ ਆਉਂਦੇ ਹੋ ਕਿ ਟੀਮ ਦੀ ਕਦਰ ਕਰਨ ਵਾਲਿਆਂ ਦੀ ਕੋਈ ਗਿਣਤੀ ਬਹੁਤਾ ਜ਼ਿਆਦਾ ਨਹੀਂ ਹੁੰਦੀ, ਕਦਰਦਾਨਾਂ ਦੀ ਗਿਣਤੀ ਨਾ ਮਾਤਰ ਹੁੰਦੀ, ਪਰ ਉਹ ਹੁੰਦੀ ਸਟਰੋਂਗ ਆ। ਠੀਕ ਹੈ ਨਾ। ਸੋ ਪੱਟੀ ਸਾਹਿਬ ਨੇ ਆਪਣੇ ਰਿਸ਼ਤੇਦਾਰ ਨੂੰ ਕ੍ਰਿਟੀਸਾਈਜ਼ ਕੀਤਾ, ਜਥੇਦਾਰ ਸਾਹਿਬ ਨੂੰ। ਹਾਂਜੀ ਪੱਟੀ ਸਾਹਿਬ। ਬਿਲਕੁਲ ਜੀ, ਜਦੋਂ ਜਥੇਦਾਰ ਸੀ ਮੈਂ ਉਦੋਂ ਵੀ ਕ੍ਰਿਟੀਸਾਈਜ਼ ਕਰਦਾ ਸੀ, ਦੇਖੋ ਜਾਂਦਾ ਸੀ ਜੇ ਗਲਤ ਤੇ ਗਲਤ ਹਾਂ ਕਹਿ ਦਿੰਦਾ ਸੀ ਉਹਨਾਂ ਨੂੰ, ਅੱਜ ਵੀ ਕਹਿ ਦਿੰਦਾ, ਮੂੰਹ ਤੇ ਵੀ ਕਹਿ ਦਿੰਦਾ ਕਿ ਸਿੰਘ ਸਾਹਿਬ ਗਲਤ ਕਰੀ ਇਹ ਨਹੀਂ ਕਰਨਾ ਚਾਹੀਦਾ। ਅਸੀਂ ਕਹਿੰਦੇ ਕ੍ਰਿਟੀਸਾਈਜ਼ ਕਰੋ, 20% ਨਾ ਦਿਓ, 80% ਆਪਣੀ ਗੱਲ ਕਰੋ ਤੁਸੀਂ ਕਿ ਅਸੀਂ ਕੀ ਕਰਨਾ ਚਾਹੁੰਦੇ, ਅਸੀਂ ਕਿਵੇਂ ਇੱਥੇ ਕੰਮ ਕਰਾਂਗੇ, ਕਿਵੇਂ ਪ੍ਰਚਾਰ ਕਰਾਂਗੇ, ਅਸੀਂ ਕਿਵੇਂ ਪ੍ਰਵਾਨ ਚਲਾਵਾਂਗੇ, ਉਹ ਗੱਲ ਕਰੋ ਵੀ ਅਸੀਂ ਕੀ ਕਰਨਾ ਜੀ। ਅਸੀਂ ਹੁਣ ਕਰਨ ਲੱਗੇ ਜੀ ਰਾਜਵਿੰਦਰ ਸਿੰਘ। ਚਲੋ ਕਮਲ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਵਧੀਆ ਜੀ, ਲਿਆਇਓ ਫਿਰ ਵਧੀਆ ਜੀ, ਵਧੀਆ ਜੀ ਹੈ, ਧਿਆਨ ਨਾਲ ਟੁੱਟ ਨਾ ਜਾਵੇ। ਨਹੀਂ ਅੱਜ ਕੱਲ੍ਹ ਪਲਾਸਟਿਕ ਦੀ ਬੋਤਲ ਆਉਂਦੀ ਹੈ ਜੀ। ਹੱਸਦੇ ਆ। ਚਲੋ ਤੁਸੀਂ ਹੁਣ ਗੱਲ ਕਰਨ ਲੱਗੇ ਹੋ। ਮੈਂ ਕਰਨ ਲੱਗਾ ਜੀ, ਜਿਹੜੇ ਰਾਜਵਿੰਦਰ ਸਿੰਘ, ਐਡਵੋਕੇਟ ਰਾਜ ਸਿੰਘ, ਇਹ ਜਸਟਿਸ ਅਜੀਤ ਸਿੰਘ ਦੇ ਬੈਂਚ ਤੇ ਬੈਠੇ ਨੇ, ਜਿਨ੍ਹਾਂ ਨੇ ਮਨੁੱਖੀ ਅਧਿਕਾਰ ਸੰਗਠਨ ਸ਼ੁਰੂ ਕੀਤਾ ਸੀਗਾ ਤੇ ਬੈਂਚ ਸਾਹਿਬ ਨੇ ਉੱਤੇ ਬੜਾ ਕੰਮ ਕੀਤਾ। ਬੜੇ ਝੂਠੇ ਐਨਕਾਊਂਟਰ ਜਿਹੜੇ ਸੀ ਕੇਸ ਕਰ ਕਰਕੇ ਤੇ ਸਜ਼ਾਵਾਂ ਦਵਾਈਆਂ ਗਈਆਂ। 62 ਸਾਲ ਦੀ ਉਮਰ ਇਹਨਾਂ ਦੀ ਬੈਂਚ ਸਾਹਿਬ ਦੀ। 1986 ਤੋਂ ਇਸ ਪੇਸ਼ੇ ਦੇ ਵਿੱਚ, ਉਸ ਤੋਂ ਪਹਿਲਾਂ ਇੱਕ ਟੈਕ ਦੇ ਵਿੱਚ ਇੰਜੀਨੀਅਰ ਹੁੰਦੇ ਸੀ, ਪ੍ਰੋਫੈਸਰ ਵੀ ਰਹੇ ਨੇ। ਇਹਨਾਂ ਨੇ ਹੁਣ ਤੱਕ ਜਿਹੜੇ ਆ ਕਾਫੀ ਕੋਈ ਐਨਕਾਊਂਟਰ ਦੇ ਕੇਸ ਹੀ ਕਾਫੀ ਕੀਤੇ ਆ। ਤੇ ਜਦੋਂ ਜੋਰਾ ਸਿੰਘ ਦੀ ਰਿਪੋਰਟ ਆਈ ਸਾਹਮਣੇ ਆਈ ਸੀ ਨਾ, ਤੇ ਇਹਨਾਂ ਨੇ ਕਿਹਾ ਸੀ ਜੋਰਾ ਸਿੰਘ ਦੀ ਰਿਪੋਰਟ ਮਿਲ ਜੇ, ਪਰ ਮਿਲੀ ਨਹੀਂ ਤੇ ਇਹਨਾਂ ਨੂੰ ਇੱਧਰ ਉੱਧਰ ਮਿਲ ਗਈ ਸੀ। ਬਕਾਇਦਾ ਤੌਰ ਤੇ ਹਾਈ ਕੋਰਟ 'ਚ ਕੇਸ ਕੀਤਾ ਸੀ ਇਹਨਾਂ ਨੇ। ਕੇਸ ਕੀ ਕੀਤਾ ਸੀਗਾ, ਜਿਹੜੇ 2 ਪਰਿਵਾਰ ਪੀੜਤ ਨੇ, 4 ਪਰਿਵਾਰ ਪੀੜਤ ਨੇ, 2 ਨੇ ਡੈਥ ਹੋ ਗਈ ਸੀ, 2 ਫੱਟੜ ਸਨ, ਉਹਨਾਂ ਨੂੰ ਸਵਾ ਕਰੋੜ ਰੁਪਈਆ ਇਹਨਾਂ ਨੇ ਜਿਹੜੀ ਕੰਪਨੀ ਨੇ ਦਵਾਈ ਸੀ ਸਰਕਾਰ ਕੋਲ ਹਾਈ ਕੋਰਟ ਦੇ ਥਰੂ। ਦੂਸਰਾ ਇਹਨਾਂ ਕੀ ਕੰਮ ਕੀਤਾ ਸੀ, ਜਿਹੜਾ ਪਰਚਾ ਦਰਜ ਕਰਾਇਆ ਸੀ ਪੁਲਿਸ ਨੇ, ਉਹ ਬੈਂਸ ਸਾਹਿਬ ਨੇ ਹਾਈ ਕੋਰਟ ਥਰੂ ਕਰਾਇਆ ਸੀ, ਵਾਕਿਆ ਇਹ ਕਤਲ ਕੀਤੇ। ਹੁਣ ਬੈਂਸ ਸਾਹਿਬ ਦੀ ਡਿਊਟੀ ਕੀ ਬਣਦੀ ਹੈ, ਬੈਂਸ ਸਾਹਿਬ ਕਿਸ ਲੜ ਰਹੇ, ਬੈਂਸ ਸਾਹਿਬ ਦੀ ਡਿਊਟੀ ਹੁਣ ਇਹ ਬਣਦੀ ਆ ਵੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਆ ਨਾ, ਕੁੰਵਰ ਵਿਜੇ ਪ੍ਰਤਾਪ ਨੇ ਰਿਪੋਰਟ ਅੱਜ ਤੱਕ ਉਹਨਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਤੇ ਨਾ ਪਰਿਵਾਰਾਂ ਨੇ ਦਿੱਤੀ ਆ ਬੈਂਸ ਸਾਹਿਬ। ਜੇ ਉਹ ਦੇ ਦਿੰਦੇ ਤੇ ਉਹ ਵੀ ਨਾ ਅਟੈਚ ਹੋ ਜਾਣੀ ਸੀ। ਉਹ ਇਹਨਾਂ ਦੇ ਖਿਲਾਫ ਬੋਲਦਾ ਜੀ, ਖਿਲਾਫ ਬੋਲਦਾ, ਮੈਨੂੰ ਨਹੀਂ ਪਤਾ ਕਿਉਂ ਬੋਲਦਾ। ਹੁਣ ਇਹਨਾਂ ਦੀ ਇਹ ਡਿਊਟੀ ਬਣਦੀ ਹੈ ਬੈਂਸ ਸਾਹਿਬ ਦੀ ਵੀ ਜਿਹੜੀ ਕੁਐਸ਼ਿੰਗ ਦੀ ਉਹ ਐਫਆਈ ਦੀ ਪੁਲਿਸ ਵਾਲਿਆਂ ਨੇ ਰਿਪੋਰਟ ਪਾਈ, ਹਾਈ ਕੋਰਟ ਪਟੀਸ਼ਨ ਪਾਈ ਵੀ ਕੁਐਸ਼ ਕੀਤੀ ਜਾਵੇ, ਉਹਨੂੰ ਰੋਕਣਾ ਵਾ। ਜੇ ਉਹ ਨਾ ਰੋਕ ਦਿੱਤੀ ਤੇ ਉਹਨੇ ਬੜੀ ਵੱਡੀ ਪ੍ਰਾਪਤੀ ਪੁਲਿਸ ਵਾਲੇ ਜੇਲ੍ਹ ਜਾਣਗੇ ਆਪਣੇ ਆਪ। ਮੈਂ ਸ਼ਾਰਟ ਦੱਸਿਆ ਵਾ ਕਿ ਸਮਾਂ ਥੋੜਾ ਵਾ। ਚਲੋ ਮੈਨੂੰ ਲੱਗਦਾ ਕਾਲਰ ਇੱਕ ਹੋਰ ਨੇ ਤੇ ਹੁਣ ਬੈਠੇ ਹੀ ਆ। ਵੈਸੇ ਤਾਂ ਚਲੋ ਆਗਿਆ ਲੈਣ ਦਾ ਸਮਾਂ ਹੋ ਗਿਆ ਹੈ, ਪਰ ਦੇਖਦੇ ਹਾਂ ਸਾਡੇ ਮਾਨਯੋਗ ਸਤਿਕਾਰਯੋਗ ਕਾਲਰ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਮੈਂ ਸਤਨਾਮ ਸਿੰਘ ਹੌਜਰਾ बोलदा जी। जी हौजरा साहब, बहुत बहुत बधाइयां। और आप जी भी सारे जिन्ने भी टीम के मैंबर है आपको अपने था सारे बहुत जो भी खबर देंदे आ पूरियां देंदे आ। और भट्टी साहब ते सिक्खी बारे इन्हां नूं बड़ी नॉलेज है और जो धार्मिक सिख सियासत बारे जिहड़ी बात देंदे आ वो असीं जरूर सुन के समझदा है। सो एक बार आप जी नूं बहुत बहुत बधाइयां। थैंक यू जी, थैंक यू जी, बहुत बहुत शुक्रिया। सवाल देगा जी कोई?
ਨਹੀਂ ਜੀ, ਸਵਾਲ ਨਹੀਂ ਕੋਈ। ਚਲੋ ਭੱਟੀ ਸਾਹਿਬ ਲਈਏ ਫਿਰ ਆ ਗਿਆ। ਮਿਹਰਬਾਨੀ ਵਜੋਂ ਧੰਨਵਾਦ ਜੀ, ਤੁਸੀਂ ਕਾਲ ਕੀਤੀ ਔਰ ਆਖਰੀ ਮੂਵਮੈਂਟ ਤੇ ਵੀ ਤੁਸੀਂ ਸਾਨੂੰ ਵਧਾਈ ਦਿੱਤੀ ਹੈ। ਓਵਰ ਟਾਈਮ ਦੇ ਵਿੱਚ 4 ਵਜੇ, ਇਸ ਵਕਤ 12:25 ਹੋ ਗਏ ਨੇ ਤੇ ਲਗਾਤਾਰ 4 ਘੰਟੇ ਤੇ 25 ਮਿੰਟ ਤੁਹਾਡੇ ਲਈ ਇਹ ਪ੍ਰੋਗਰਾਮ ਪੇਸ਼ ਕੀਤਾ, ਜਿਹਦੇ ਵਿੱਚ ਪਹਿਲਾਂ ਖਬਰਾਂ ਅਮਨ ਜੀ ਨੇ ਪੇਸ਼ ਕੀਤੀਆਂ, ਪਹਿਲਾਂ ਤਾਂ ਲਗਾਤਾਰ ਵਧਾਈਆਂ ਆਈਆਂ, ਉਸ ਤੋਂ ਬਾਅਦ ਮੈਸੇਜ ਆ ਰਹੇ ਨੇ ਬੜੇ, ਤੇ ਫਿਰ ਅਸੀਂ ਕਿਹਾ ਸੀ ਹੁਣ ਅਸੀਂ ਕਾਲਾਂ ਨਹੀਂ ਲਵਾਂਗੇ, ਫਿਰ ਵੀ ਲਗਾਤਾਰ ਤੁਹਾਡੀਆਂ ਮੈਸੇਜ ਜਾਂ ਟੈਕਸਟ ਮੈਸੇਜ WhatsApp ਦੇ ਰਾਹੀਂ ਆਉਂਦੇ ਰਹੇ ਨੇ। ਫੇਸਬੁੱਕ 'ਤੇ ਤੁਸੀਂ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹਨਾਂ ਵੀਰਾਂ ਨੇ ਸ਼ੇਅਰ ਕੀਤਾ ਉਹਨਾਂ ਦਾ ਧੰਨਵਾਦ। ਅਗੇਨ ਮੈਂ ਪਹਿਲਾਂ ਵੀ ਬੇਨਤੀ ਕੀਤੀ, ਇੱਕ ਵਾਰੀ ਫਿਰ ਜਾਂਦੇ ਜਾਂਦੇ ਬੇਨਤੀ ਕਰਦਾ ਕਿ ਇਹ ਸਮਾਂ ਸਾਨੂੰ ਸਟੇਸ਼ਨ ਨੂੰ ਇਹ ਕਹਿ ਕੇ ਇਸ ਤਰ੍ਹਾਂ ਲੈਣਾ ਪਿਆ ਵੀ ਜਿਹੜਾ ਸੱਜਣ ਚਲਾਉਂਦਾ ਜੇ ਉਹਨੂੰ ਤੁਸੀਂ ਵਾਪਸ ਦੇ ਰਹੇ ਹੋ ਤਾਂ ਵੈਲ ਉਹਨੂੰ ਗੁੱਡਾ ਕੋਈ ਟੈਕਨੀਕਲ ਪ੍ਰੋਬਲਮ ਆ ਜਾਂ ਕੁਛ ਵੀ ਆ। ਸਾਨੂੰ ਪਤਾ ਲੱਗਾ ਕਿ ਫਿਰ ਉਹ ਕਿਸੇ ਹੋਰ ਕੋ ਚੱਲਿਆ ਸੀਗਾ। ਅਸੀਂ ਫਿਰ ਇਹ ਆਪਣਾ ਹੱਕ, ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਮੈਂ ਰਾਤਾਂ ਨੂੰ ਪ੍ਰੋਗਰਾਮ ਕਰਦਾ ਅਤੇ ਮੇਰਾ ਹੱਕ ਬਣਦਾ, ਅਤੇ ਜੇ ਮੈਂ ਅਫੋਰਡ ਕਰ ਸਕਦਾ ਹਾਂ ਤਾਂ ਮੈਂ ਕੰਟੀਨਿਊ ਕਰੂੰਗਾ, ਅਦਰਵਾਈਜ਼ ਮੈਂ ਸਮੇਂ ਦੇ ਵਿੱਚ ਘਾਟ ਕਰਕੇ, ਕਿਉਂਕਿ ਡੇ ਟਾਈਮ ਉਹ ਜਿਹੜਾ ਹੁਣ ਅਸੀਂ ਵੀ ਸਾਰੀ ਉਮਰ 24-24.5 ਸਾਲ ਜਿਵੇਂ ਸਾਡੇ ਸਰੋਤੇ ਦਰਸ਼ਕ ਜਾਣਦੇ ਨੇ, ਉਹਨਾਂ ਦੇ ਵੀ ਬੱਚੇ ਮੇਰੇ ਬੱਚਿਆਂ ਦੇ ਨਾਲ ਹੀ ਜਵਾਨ ਹੋਏ ਨੇ, ਕਿ ਮੈਂ 24.5 ਸਾਲ ਤੋਂ ਲਗਾਤਾਰ ਰਾਤ ਨੂੰ ਸ਼ੋਅ ਕਰਦਾ ਅਤੇ ਮੇਰਾ ਵੀ ਦਿਲ ਕਰਦਾ ਕਿ ਮੈਂ ਰਾਤ ਨੂੰ ਆਪਣੇ ਪਰਿਵਾਰ ਨਾਲ ਬੈਠਾਂ, ਅਤੇ ਜੇ ਉਹ ਸਮਾਂ ਕਿਸੇ ਹੋਰ ਨੂੰ ਮਿਲਦਾ ਤਾਂ ਵੀ ਤਾਂ ਅਸੀਂ ਉਹਨਾਂ ਨੂੰ ਵਧਾਈਆਂ ਦੇਣੀਆਂ ਸੀ। ਅਤੇ ਮੈਂ ਇਹ ਵੀ ਬੇਨਤੀ ਕੀਤੀ ਹੈ ਕਿ ਜੇ ਕੁਝ ਇਹੋ ਜਿਹੀ ਸਿਚੁਏਸ਼ਨ ਬਣਦੀ ਹੈ, ਸਟੇਸ਼ਨ ਨੂੰ ਸਮਾਂ ਦੇਣਾ ਚਾਹੁੰਦਾ ਜਿਹੜਾ ਸੱਜਣ ਕਰਦਾ ਹੈ, ਅਤੇ ਮੈਂ ਕੁਛ ਆਪਣੇ ਆਪ ਪਿਛਾਂਹ ਹਟਣ ਦੀ ਕੋਸ਼ਿਸ਼ ਕਰਾਂਗਾ, ਕੁਛ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਠੀਕ ਹੈ, ਵੀ ਚਲੋ ਠੀਕ ਹੈ, ਪਰ ਸਮਹਾਓ ਇਹ ਸਮਾਂ ਸਾਨੂੰ ਮਿਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਔਰ BA ਮੈਂ ਉਸ ਗੱਲ 'ਤੇ ਖੜ੍ਹਾ ਵੀ ਰਹਾਂਗਾ, ਇਹ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ। ਅਤੇ ਸਾਨੂੰ ਸੁਣਨ ਵਾਸਤੇ, ਪਿਆਰ ਦੇਣ ਵਾਸਤੇ, ਮੁਹੱਬਤ ਦੇਣ ਵਾਸਤੇ, ਇੱਜ਼ਤ ਦੇਣ ਵਾਸਤੇ ਇੰਨੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਦਿਨ ਸ਼ੁਰੂ ਹੋਇਆ ਸੀ, 1 ਘੰਟੇ ਬਾਅਦ 'ਤੇ ਸਾਨੂੰ ਛਾਬਿਆਂ ਵਾਲੇ ਕਿਹਾ ਗਿਆ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਛਾਬਿਆਂ ਵਾਲੇ ਗਏ, ਰੇਹੜੀਆਂ ਵਾਲੇ ਆ ਗਏ, ਜਿੰਨਾ ਕੋਈ ਘੰਟਾ ਡੇਲੀ ਪ੍ਰੋਗਰਾਮ ਹੁੰਦਾ ਸੀ, ਅਤੇ ਅਸੀਂ ਵੀਕ 'ਚ ਇੱਕ ਦਿਨ ਆਉਂਦੇ ਹੁੰਦੇ ਸੀ, ਹਫ਼ਤੇ 'ਚ ਇੱਕ ਦਿਨ ਆਉਂਦੇ ਹੁੰਦੇ ਸੀ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਫਿਰ 2 ਦਿਨ ਹੋਇਆ, ਫਿਰ 3 ਦਿਨ ਹੋਇਆ, ਫਿਰ 4 ਦਿਨ ਹੋਇਆ, ਰਾਤ ਨੂੰ 10 ਤੋਂ 11। ਫਿਰ ਸਮਾਂ ਇਹੋ ਜਿਹਾ ਆਇਆ ਕਿ ਅਣਖੀਲਾ ਪੰਜਾਬ ਬੰਦ ਹੋਇਆ, ਸਰਦਾਰ ਸੁਖਦੇਵ ਸਿੰਘ ਜੀ ਆਏ, ਉਹਨਾਂ ਸਮਹਾਓ 3-4 ਮਹੀਨੇ ਚਲਾਇਆ। ਉਹਨਾਂ ਕਿਹਾ ਜੀ ਅਸੀਂ ਚੱਲੇ ਹਾਂ, ਅਸੀਂ ਅਪਲਾਈ ਕੀਤਾ, ਸਾਨੂੰ ਮਿਲ ਗਿਆ। ਮੰਡੇ ਟੂ ਫਰਾਈਡੇ ਰਾਤ ਨੂੰ 9 ਤੋਂ 10 ਅਤੇ ਮੰਡੇ ਟੂ ਥਰਸਡੇ ਰਾਤ ਨੂੰ 9 ਤੋਂ 11 ਹੁੰਦਾ ਸੀ। ਫਿਰ ਸਵੇਰੇ ਸ਼ੁਰੂ ਹੋਇਆ, ਫਿਰ 9 ਤੋਂ 12 ਸ਼ੁਰੂ ਹੋਇਆ, ਫਿਰ 8 ਤੋਂ 12। ਤੁਹਾਡਾ ਪਿਆਰ ਹਮੇਸ਼ਾ ਬਣਿਆ ਰਿਹਾ ਅਤੇ ਅਸੀਂ ਹਮੇਸ਼ਾ ਹੀ ਤੁਹਾਡੇ ਕਰਜ਼ਦਾਰ ਰਹੇ ਅਤੇ ਕਰਜ਼ਦਾਰ ਰਹਾਂਗੇ। ਸਾਨੂੰ ਤੁਹਾਡੇ ਬਿਜ਼ਨਸ ਦੀ, ਤੁਹਾਡੇ ਪਿਆਰ ਦੀ, ਤੁਹਾਡੇ ਆਸ਼ੀਰਵਾਦ ਦੀ ਸਖਤ ਜ਼ਰੂਰਤ ਰਹੇਗੀ। ਅਤੇ ਇਹ ਪ੍ਰੋਗਰਾਮ ਤੁਸੀਂ ਸੁਣਦੇ ਹੋ, ਇੱਜ਼ਤ ਕਰਦੇ ਹੋ, ਧੰਨਵਾਦ। ਸਾਰੀ ਟੀਮ ਨੂੰ ਵਧਾਈਆਂ। ਇਹ ਇਕੱਲੀ ਮੇਰੀ ਕਾਮਯਾਬੀ ਨਹੀਂ, ਸਾਰੀ ਕਮਿਊਨਿਟੀ ਦੀ ਕਾਮਯਾਬੀ ਹੈ, ਸਾਨੂੰ ਚਾਹੁਣ ਵਾਲਿਆਂ ਦੀ ਕਾਮਯਾਬੀ, ਸਾਡੇ ਵੈਲ ਵਿਸ਼ਰ ਦੀ ਕਾਮਯਾਬੀ ਹੈ, ਔਰ ਸਾਡੇ ਇੰਟਾਇਰ ਟੀਮ ਜੋ ਸਖਤ ਮਿਹਨਤ ਕਰਦੀ, ਜਿਨ੍ਹਾਂ ਦੇ ਵਿੱਚ ਸਾਰੇ ਹੀ ਸ਼ਾਮਲ ਨੇ, ਉਹਨਾਂ ਦੀ ਵੀ ਕਾਮਯਾਬੀ ਹੈ। ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।